ਦਸਮ ਗ੍ਰੰਥ ਦਾ ਅਧਿਆਏ 24 ਅਵਤਾਰ ਤੇ 24 ਅਵਤਾਰ ਦਾ ਉਪ ਅਧਿਆਏ ਰਾਮਾ ਅਵਤਾਰ 393 ਪੇਜ ਤੋਂ ਲੈ ਕੇ ਜਿੱਥੋਂ ਇਹ ਸ਼ੁਰੂ ਹੁੰਦਾ ਤੇ 443 ਨੰਬਰ ਪੇਜ ਤੱਕ 442 ਨੰਬਰ ਪੇਜ ਤੱਕ ਆਪਾਂ ਇਹਨੂੰ ਕਵਰ ਕਰ ਚੁੱਕੇ ਹਾਂ ਤੇ ਅੱਜ ਆਪਾਂ 443 ਨੰਬਰ ਪੰਨੇ ਤੋਂ ਸ਼ੁਰੂ ਕਰ ਰਹੇ ਹਾਂ ਜੀ ਤੇ ਇਹ ਚੌਥਾ ਹਿੱਸਾ ਦੇ ਵਿੱਚ ਇਹ ਆਊਗਾ ਜੀ ਜਿਹੜੀ ਫਾਈਲ ਬਣੂਗੀ। ਕੰਠ ਅਭੂਖਨ ਛੰਦ ਕਿੱਥੇ ਜਾਵਾਂ ਤੁਹਾਡੇ ਚਰਨਾਂ ਨੂੰ ਛੋਹ ਕੇ ਕਹਿੰਦਾ ਹਾਂ ਹੇ ਰਾਮ, ਮੈਨੂੰ ਦੱਸੋ ਕਿ ਰਾਜ ਕਰਦਿਆਂ ਮੈਨੂੰ ਲਾਜ ਨਹੀਂ ਆਏਗੀ ਕਿਉਂਕਿ ਮੈਂ ਅਤੀ ਦੀਨ ਮਲੀਨ ਅਤੇ ਮਰਿਆਦਾ ਤੋਂ ਬਿਨਾਂ ਹਾਂ। ਇਸ ਲਈ ਆਪਣੇ ਰਾਜ ਨੂੰ ਲੈ ਕੇ ਮੈਨੂੰ ਆਪਣੇ ਚਰਨਾਂ ਵਿੱਚ ਰੱਖ ਲਵੋ। ਜਿਸ ਤਰ੍ਹਾਂ ਅੱਖਾਂ ਤੋਂ ਬਿਨਾਂ ਪੰਛੀ ਡਿੱਗ ਪੈਂਦਾ ਹੈ ਉਸੇ ਤਰ੍ਹਾਂ ਸ਼੍ਰੀ ਰਾਮ ਜੀ ਦੇ ਚਰਨਾਂ ਕੋਲ ਭਰਤ ਡਿੱਗ ਪਿਆ। ਰਾਮ ਨੇ ਉਸ ਵੇਲੇ ਉਸ ਨੂੰ ਫੜ ਕੇ ਗਲੇ ਲਾ ਲਿਆ। ਇੰਨੇ ਨੂੰ ਲਕਸ਼ਮਣ ਆਦਿ ਸਾਰੇ ਭਰਾ ਰੋ ਰੋ ਕੇ ਗਲੇ ਲੱਗੇ। ਪਾਣੀ ਪਿਲਾ ਕੇ ਸ਼੍ਰੀ ਰਾਮ ਨੇ ਭਰਤ ਨੂੰ ਸੁਚੇਤ ਕੀਤਾ। ਫਿਰ ਰਾਮ ਨੇ ਹੱਸ ਕੇ ਕਿਹਾ, 13 ਸਾਲ ਬੀਤਣ ਤੇ ਅਸੀਂ ਪਰਤ ਆਵਾਂਗੇ। ਹੁਣ ਤੂੰ ਘਰ ਨੂੰ ਜਾ, ਅਸਾਂ ਬਣ ਵਿੱਚ ਕੁਝ ਕੰਮ ਕਰਨਾ ਹੈ। ਸਾਰੇ ਚਤੁਰ ਪੁਰਸ਼ ਚਿੱਤ ਵਿੱਚ ਸਮਝ ਗਿਆ ਕਿ ਰਾਮਚੰਦਰ ਦਾ ਬਣ ਵਿੱਚ ਆਉਣ ਦਾ ਹੋਰ ਹੀ ਉਦੇਸ਼ ਹੈ। ਜਦੋਂ ਰਾਮਚੰਦਰ ਨੇ ਇਸ ਤਰ੍ਹਾਂ ਨਾਲ ਗੱਲ ਕਹੀ, ਸ਼੍ਰੀ ਰਾਮ ਵੱਲੋਂ ਦਿੱਤੇ ਉਚਿਤ ਗਿਆਨ ਤੋਂ ਮਾਤ ਖਾ ਕੇ ਅਰਥਾਤ ਮੰਨ ਕੇ ਭਰਤ ਨੇ ਰਾਮ ਦੀਆਂ ਖੜਾਵਾਂ ਚੁੱਕ ਲਈਆਂ ਅਤੇ ਮਨ ਵਿੱਚ ਸੰਕਲਪ ਕਰ ਲਿਆ ਕਿ ਕਿਸੇ ਹੋਰ ਨਗਰ ਵਿੱਚ ਵਸਾਂਗਾ, ਅਯੁੱਧਿਆ ਵੱਲ ਨਹੀਂ ਜਾਵਾਂਗਾ। ਭਰਤ ਨੇ ਸਿਰ ਉੱਤੇ ਜਟਾਵਾਂ ਦਾ ਸੁੰਦਰ ਜੂੜਾ ਧਾਰ ਲਿਆ ਅਤੇ ਰਾਜ ਦਾ ਭਾਰ ਰਾਮ ਦੀਆਂ ਖੜਾਵਾਂ ਉੱਤੇ ਪਾ ਦਿੱਤਾ। ਦਿਨ ਦਾ ਚਾਨਣ ਹੋਣ ਤੇ ਭਰਤ ਰਾਜ ਦੇ ਕੰਮ ਕਰਦਾ ਅਤੇ ਰਾਤ ਹੋਣ ਤੇ ਰਾਮ ਦਾ ਸਿਮਰਨ ਕਰਦਾ। ਝੂਰ ਝੂਰ ਕੇ ਭਰਤ ਦਾ ਸਰੀਰ ਸੁੱਕੇ ਹੋਏ ਬ੍ਰਿਸ਼ ਵਾਂਗ ਖੋਖਲਾ ਹੋ ਗਿਆ, ਪਰ ਮਨ ਵਿੱਚ ਸ਼੍ਰੀ ਰਾਮ ਨੂੰ ਵਸਾਈ ਰੱਖਿਆ। ਉਹ ਵੈਰੀਆਂ ਦੇ ਸਮੂਹ ਨੂੰ ਰਣ ਵਿੱਚ ਨਸ਼ਟ ਕਰਦਾ। ਇਹ ਪ੍ਰਾਪਤੀਆਂ ਉਸਦੇ ਗਲ ਵਿੱਚ ਗਹਿਣਿਆਂ ਵਾਂਗ ਜਾਪਦੀਆਂ ਸਨ। ਝੂਲਾ ਛੰਦ ਬਣ ਵਿੱਚ ਰਾਜਾ ਰਾਮ ਦੇਵਤਿਆਂ ਦੇ ਕੰਮ ਕਰਦੇ ਹਨ। ਹੱਥ ਵਿੱਚ ਧਨੁਸ਼ ਬਾਣ ਧਰਿਆ ਹੋਇਆ ਹੈ ਅਤੇ ਸੂਰਵੀਰਤਾ ਦੇ ਗੌਰਵ ਨਾਲ ਭਰਪੂਰ ਹਨ। ਜਿੱਥੇ ਸਾਲ ਦੇ ਵੱਡੇ ਦਰਖਤ ਹਨ, ਸਾਹਲ ਦਾ ਦਰਖਤ ਮੇਰਾ ਖਿਆਲ ਹੁੰਦਾ ਜੀ, ਸਾਹਲ, ਜਿੱਥੇ ਸਾਲ ਦੇ ਵੱਡੇ ਦਰਖਤ ਸਨ ਅਤੇ ਵੱਖਰੀ ਤਰ੍ਹਾਂ ਦੇ ਤਾਲ ਦੇ ਬ੍ਰਿਛ ਸਨ ਜੋ ਆਕਾਸ਼ ਨੂੰ ਛੋਹ ਰਹੇ ਸਨ, ਮੀਨਸ ਬਹੁਤ ਉੱਚੇ ਦਰਖਤ ਸੀਗੇ ਜੀ, ਅਤੇ ਸੋਗ ਦੂਰ ਕਰਨ ਵਾਲੇ ਸਨ। ਉਸ ਬਣ ਵਿੱਚ ਰਾਮ ਜਾ ਵੜੇ ਜੋ ਬਹੁਤ ਗੌਰਵਸ਼ਾਲੀ ਵੀਰ ਸਨ। ਸੀਤਾ ਨੂੰ ਨਾਲ ਲਿਆ ਹੋਇਆ ਹੈ ਜੋ ਦੈਵੀ ਗੀਤ ਦੇ ਸਮਾਨ ਹੈ। ਉਹ ਕੋਇਲ ਵਰਗੇ ਬੋਲਾਂ ਵਾਲੀ, ਹਿਰਨ ਵਰਗੀਆਂ ਅੱਖਾਂ ਵਾਲੀ, ਪਤਲੇ ਲੱਕ ਵਾਲੀ। ਇਹ ਫੇਰ ਦੁਆਰਾ ਸ਼ੁਰੂ ਹੋ ਗਿਆ ਜੀ। ਜਿਹੜੀ ਸੀਤਾ ਮਾਤਾ ਦਾ ਜਿਹੜਾ ਹੈਗਾ ਨਾ ਮਤਲਬ ਕਿ ਉਹਦੇ ਵਿਸ਼ੇਸ਼ਤਾਵਾਂ, ਪਤਲੇ ਲੱਕ ਵਾਲੀ, ਹਿਰਨ ਵਰਗੀਆਂ ਅੱਖਾਂ ਵਾਲੀ ਅਤੇ ਪਰੀ ਜਾਂ ਪਦਮਣੀ ਵਰਗੀ ਸੁੰਦਰ ਹੈ। ਝੂਲਣਾ ਛੰਦ ਸੀਤਾ ਦੇ ਦੋਵੇਂ ਨੇਤਰ ਬਾਣ ਵਾਂਗ ਸ਼ੋਭਦੇ ਸਨ, ਮਾਨੋ ਸਾਣ ਤੇ ਤੇਜ਼ ਕੀਤੇ ਹੋਏ ਬਾਣ ਹੋਣ। ਸੀਤਾ ਆਪਣੇ ਖਿਆਲ ਵਿੱਚ ਡੁੱਬੀ ਇੰਜ ਫਿਰ ਰਹੀ ਸੀ ਮਾਨੋ ਇੰਦਰ ਧਾਨੀ ਨੂੰ ਖੁਹਾ ਕੇ ਇੰਦਰ ਫਿਰ ਰਿਹਾ ਹੋਵੇ। ਇੰਦਰ ਧਾਨੀ ਨੂੰ ਖੁਹਾ ਕੇ ਇੰਦਰ ਫਿਰ ਰਿਹਾ ਹੋਵੇ। ਸੀਤਾ ਦੀਆਂ ਜ਼ੁਲਫਾਂ ਮਾਨੋ ਕੁੰਡਲਦਾਰ ਸੱਪ ਹੋਣ। ਹੋਠਾਂ ਨੂੰ ਵੇਖ ਕੇ ਅੰਬ ਦੀਆਂ ਫਾੜੀਆਂ ਸ਼ਰਮਸਾਰ ਹੁੰਦੀਆਂ ਹਨ। ਹੋਂਠ ਸੁਰਖ ਰੰਗ ਨਾਲ ਭਰੇ ਹੋਏ ਹਨ। ਸੀਤਾ ਦੇ ਨੈਣਾਂ ਨੂੰ ਵੇਖ ਕੇ ਮ੍ਰਿਗ ਮੋਹਿਤ ਹੁੰਦੇ ਹਨ। ਮੱਛੀ ਵੇਖ ਕੇ ਗੁੱਸਾ ਕਰਦੀ ਹੈ। ਜਿਸ ਨੇ ਰਤਾ ਭਰ ਵੀ ਉਹ ਨੈਣ ਦੇਖ ਲਏ ਉਸਨੇ ਪ੍ਰਾਣ ਵਾਰਨੇ ਸ਼ੁਰੂ ਕਰਤੇ ਸੀਤਾ ਤੋਂ। ਸੀਤਾ ਦੇ ਬੋਲਾਂ ਨੂੰ ਸੁਣ ਕੇ ਕੋਇਲਾਂ ਨੇ ਗੁੱਸਾ ਕੀਤਾ ਅਤੇ ਮੁੱਖ ਨੂੰ ਵੇਖ ਕੇ ਚੰਦਰਮਾ ਨੇ ਵੱਟ ਖਾਇਆ। ਬਾਹਲੀ ਜ਼ਿਆਦਾ ਤਾਰੀਫ ਹੈ ਬਾਈ ਜੀ, ਐਂਡ ਰਿਪੀਟਡ ਆ। ਸੀਤਾ ਦੇ ਸੁੰਦਰ ਨੈਣ ਵੇਖ ਕੇ ਮਾਨੋ ਮਛਲੀ ਮੋਹਿਤ ਹੋ ਰਹੀ ਹੈ। ਸਰੀਰ ਦੀ ਸੁੰਦਰਤਾ ਅੱਗੇ ਨਵੇਂ ਨਿਕਲੇ ਸੂਰਜ ਦੀ ਜੋਤੀ ਫਿੱਕੀ ਪੈ ਗਈ ਹੈ। ਮਸਤੀ ਨਾਲ ਨੈਣ ਇਸ ਤਰ੍ਹਾਂ ਝੂਲਦੇ ਹਨ, ਨੈਣਾਂ ਦਾ ਅਜਿਹਾ ਜੋੜ ਜੁੜਿਆ ਹੈ। ਇਹ ਸੀਤਾ, ਤੇਰੇ ਨੈਣਾਂ ਨੂੰ ਵੇਖ ਕੇ ਰਾਮ ਇਸ ਤਰ੍ਹਾਂ ਵਿੰਨੇ ਗਏ ਹਨ ਜਿਸ ਤਰ੍ਹਾਂ ਸ਼ਰਾਬ ਦੇ ਸੂਹੇ ਰੰਗ ਵਿੱਚ ਮਤਵਾਲੇ ਰੰਗੇ ਜਾਂਦੇ ਹਨ। ਸੀਤਾ ਦੇ ਨੈਣ ਲਾਲ ਰੰਗ ਦੇ ਰੱਤੇ ਹੋਏ ਹਨ ਜਾਂ ਸ਼ਰਾਬ ਦੀ ਮਸਤੀ ਨਾਲ ਮਤਵਾਲੇ ਹਨ ਜਾਂ ਮਨ ਭਾਉਂਦੇ ਗੁਲਾਬ ਦੇ ਫੁੱਲ ਸ਼ੋਭਾ ਪਾ ਰਹੇ ਹਨ। ਉਹਨਾਂ ਨੈਣਾਂ ਨੂੰ ਵੇਖ ਕੇ ਨਰਗਿਸ ਨੇ ਨੱਕ ਚਾੜਿਆ ਹੈ। ਉਹਨਾਂ ਉੱਤੇ ਰਾਤ ਦਿਨ ਸਭੋ ਰੋਜ਼ ਸ਼ਰਾਬ ਨੇ ਅਸਰ ਕੀਤਾ ਹੋਇਆ ਹੈ। ਇਹਨਾਂ ਨੈਣਾਂ ਨੂੰ ਵੇਖ ਕੇ ਸਾਰੀ ਪ੍ਰਜਾ ਅਤੇ ਸਾਰਾ ਜਹਾਨ ਵਾਰਨੇ ਹੁੰਦਾ ਹੈ।
ਪਿਆਰੀ ਸੀਤਾ ਦੀਆਂ ਭਵਾਂ ਖਿੱਚੀ ਹੋਈ ਕਮਾਨ ਵਾਂਗ ਟੇਢੀਆਂ ਹਨ। ਇਸ ਤਰ੍ਹਾਂ ਸੀਤਾ ਨੇ ਕਮਾਨ ਤੋਂ ਬਿਨਾਂ ਹੀ ਨੈਣਾਂ ਦੇ ਤੀਰ ਮਾਰੇ ਹਨ। ਕਬਿਤ। ਜਿੱਥੇ ਉੱਚੇ ਉੱਚੇ ਸਾਲ ਦੇ ਬ੍ਰਿਸ਼ ਹਨ ਜਿੱਥੇ ਉੱਚੇ ਉੱਚੇ ਸਾਹਲ ਦੇ ਬ੍ਰਿਸ਼ ਹਨ, ਦਰਖਤ ਹਨ, ਉੱਚੇ ਲੰਮੇ ਬੋਹੜ ਦੇ ਤੇ ਤਾਰ ਦੇ ਦਰਖਤ ਹਨ, ਅਜਿਹੀ ਥਾਂ ਉੱਤੇ ਤਪ ਕਰਨ ਨੂੰ ਜਾਵੋ। ਅਜਿਹਾ ਦਲੇਰ ਕੌਣ ਹੈ ਜਿਸ ਦੀ ਸੁੰਦਰਤਾ ਨੂੰ ਵੇਖ ਕੇ ਇੰਦਰ ਦੇ ਖਾਂਡਵ ਬਣ ਦੀ ਸੁੰਦਰਤਾ ਫਿੱਕੀ ਲੱਗਦੀ ਹੈ ਅਤੇ ਉਸ ਦੀ ਛਵੀ ਨੂੰ ਵੇਖ ਕੇ ਇੰਦਰ ਦਾ ਨੰਦਨ ਬਾਗ ਚੁੱਪ ਕਰ ਜਾਂਦਾ ਹੈ। ਤਾਰਿਆਂ ਦੀ ਕੀ ਗੱਲ ਹੈ, ਉੱਤੇ ਆਕਾਸ਼ ਵੀ ਵਿਖਾਈ ਨਹੀਂ ਦਿੰਦਾ, ਉੱਤੇ ਸੂਰਜ ਦਾ ਪ੍ਰਕਾਸ਼ ਅਤੇ ਚੰਦਰਮਾ ਦੀ ਚਾਨਣੀ ਵੀ ਪਹੁੰਚਦੀ ਨਹੀਂ ਹੈ। ਉਸ ਨੂੰ ਕਿਸੇ ਦੇਵਤੇ ਨੇ ਨਹੀਂ ਵੇਖਿਆ, ਉਸ ਜਗ੍ਹਾ ਕੋਈ ਦੈਂਤ ਵੀ ਨਹੀਂ ਪਹੁੰਚਿਆ, ਉੱਥੇ ਪੰਛੀ ਦੀ ਪਹੁੰਚ ਨਹੀਂ ਤੇ ਨਾ ਹੀ ਕੀੜੀ ਦੀ ਪਹੁੰਚ ਹੈ। ਪੂਰਬ ਛੰਦ। ਸ਼੍ਰੀ ਰਾਮ ਸੀਤਾ ਅਤੇ ਲਕਸ਼ਮਣ ਦੇ ਉਸ ਬਣ ਵਿੱਚ ਪਹੁੰਚਣ ਤੇ ਉਹਨਾਂ ਨੂੰ ਅਣਡਿੱਠੇ ਸਮਝ ਕੇ ਅਤੇ ਆਪਣੀ ਖੁਰਾਕ ਜਾਣ ਕੇ ਦੈਂਤ ਭੱਜ ਕੇ ਆਇਆ ਅਤੇ ਬਕ-ਝਕ ਕਰਨ ਲੱਗਿਆ। ਰਾਮ ਨੇ ਸਮਝ ਲਿਆ ਕਿ ਸਾਹਮਣੇ ਵਾਲਾ ਸ਼ਸਤਰਧਾਰੀ ਪੂਰੀ ਤਰ੍ਹਾਂ ਤਿਆਰ ਹੈ, ਇਸ ਲਈ ਇਹਨਾਂ ਨੇ ਵੀ ਹਥਿਆਰ ਸੰਭਾਲੇ ਅਤੇ ਲੜਾਈ 'ਤੇ ਉਤਰ ਆਏ। ਜਦੋਂ ਸੂਰਮੇ ਆਮਣੋ ਸਾਹਮਣੇ ਹੋਏ ਤਾਂ ਇੱਲਾਂ ਚੀਕੀਆਂ। ਸੁੰਦਰ ਬਾਹਾਂ ਵਾਲੇ ਸੂਰਮੇ ਸਜੇ ਹੋਏ ਸਨ। 446 ਨੰਬਰ ਪੇਜ ਹੈ ਜੀ। ਜਿਨ੍ਹਾਂ ਨੂੰ ਵੇਖ ਕੇ ਅਪਸਰਾਵਾਂ ਉਤਸ਼ਾਹਿਤ ਹੋ ਰਹੀਆਂ ਸਨ। ਦੱਸੋ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਅਪਸਰਾਵਾਂ ਨੂੰ ਕੀ ਇੰਟਰਸਟ ਹੈ ਲੜਾਈ ਝਗੜੇ ਦੇ ਵਿੱਚ। ਉਤਸ਼ਾਹਿਤ ਹੋ ਰਹੀਆਂ ਸਨ। ਘੋੜੇ ਪਾਵੰਗ ਦਾ ਮਤਲਬ ਘੋੜੇ ਖਾਪਰਾਂ ਨਾਲ ਸਜੇ ਹੋਏ ਸਨ। ਹਾਥੀ ਮਸਤ ਸਨ। ਇੱਲਾਂ ਚੀਕਦੀਆਂ ਸਨ। ਸੂਰਮੇ ਯੁੱਧ ਵਿੱਚ ਉਲਝੇ ਹੋਏ ਸਨ। ਹਲੇ ਯੁੱਧ ਸ਼ੁਰੂ ਨਹੀਂ ਹੋਇਆ ਤੇ ਉਲਝ ਪਹਿਲਾਂ ਹੀ ਗਏ। ਹਾਥੀ ਸੰਧੂਰੇ ਹੋਏ ਸਨ। ਹਾਥੀ ਵਗੈਰਾ ਰਾਮਚੰਦਰ ਉਹਨਾਂ ਕੋਲ ਸੀਗੇ ਜਾਂ ਦੂਜੀ ਵਿਰੋਧੀ ਧਿਰ ਆ ਜਿਹੜੀ ਦੈਂਤਾਂ ਵਾਲੀ, ਉਹਨਾਂ ਦੇ ਕੋਲ ਇਹ ਦੇਵੀ ਦੇਵਤੇ ਸਾਰੇ ਆਹ ਹਥਿਆਰ, ਹਾਥੀ, ਸਾਰਾ ਕੁਝ ਜੋ ਵੀ ਹੈਗਾ ਯੋਧੇ, ਇਹ ਤਾਂ ਤਿੰਨੇ ਜਾਣੇ ਸੀਗੇ, ਰਾਮ, ਲਕਸ਼ਮਣ ਤੇ ਸੀਤਾ। ਸੁੰਦਰ ਜਵਾਨ ਸਜੇ ਹੋਏ ਸਨ, ਇਸ ਕਰਕੇ ਅਪਸਰਾਵਾਂ ਦੇ ਮਨ ਵਿੱਚ ਉਤਸ਼ਾਹ ਵੱਧ ਰਿਹਾ ਸੀ। ਅਪਸਰਾਵਾਂ ਨੂੰ ਤਾਂ ਲੇਡੀਜ਼ ਨੂੰ ਤਾਂ ਵੈਸੇ ਨਹੀਂ ਇੰਟਰਸਟ ਹੁੰਦਾ ਲੜਾਈ ਝਗੜੇ ਵਾਲਾ, ਮੀਨਸ ਕੋਈ ਰੋਮਾਂਟਿਕ ਕੋਈ ਲਵ ਸਟੋਰੀ ਹੋਵੇ ਜਾਂ ਕੋਈ ਇਮੋਸ਼ਨਲ ਸੀਨ ਹੋਵੇ। ਚੱਲ ਮੰਨ ਲਿਆ ਇਹ ਅਪਸਰਾਵਾਂ ਕਿਹੋ ਜਿਹੀਆਂ ਜਿਹੜੀਆਂ ਲੜਾਈ ਝਗੜੇ ਨੂੰ ਦੇਖ ਕੇ ਉਤਸ਼ਾਹਿਤ ਹੋ ਜਾਂਦੀਆਂ ਨੇ। ਯੋਧੇ ਖਿੰਡ ਪੁੰਡ ਗਏ ਅਤੇ ਯੁੱਧ ਭੂਮੀ ਖਾਲੀ ਹੋ ਗਈ। ਖਾਈ ਹੋਈ ਮਾਰ ਨੂੰ ਯੋਧੇ ਯਾਦ ਕਰਦੇ ਹਨ। ਖਾਈ ਹੋਈ ਮਾਰ ਨੂੰ ਯੋਧੇ ਯਾਦ ਕਰਦੇ ਹਨ ਅਤੇ ਹਾਹਾਕਾਰ ਦੀ ਹੁੰਕਾਰ ਕਰਦੇ ਹਨ। ਲਹੂ ਨਾਲ ਲਾਲ ਹੋਏ ਸਰੀਰ ਅੰਗਾਰੇ ਵਾਂਗ ਲਾਲ ਸਨ। ਯੋਧੇ ਆਪਣੇ ਆਪ ਨੂੰ ਸੰਭਾਲਦੇ ਸਨ, ਵਿਹੂਲੇ ਤੀਰ ਚਲਾਉਂਦੇ ਸਨ। ਸੂਰਮੇ ਹਾਹਾਕਾਰ ਕਰਦੇ ਸਨ। ਯੋਧੇ ਲੜ ਰਹੇ ਸਨ। ਅਨੂਪ ਨਰਾਜ ਛੰਦ। ਹਾਥੀ ਝੰਗਾੜਦੇ ਸਨ। ਘੋੜੇ ਦੌੜਦੇ ਸਨ। ਹੱਲੇ ਉੱਤੇ ਹੱਲੇ ਨਾਲ ਸੈਨਾ ਵਿੱਚ ਹਲਚਲ ਮਚ ਗਈ ਸੀ। ਸੁਰ ਨਾਲ ਰਣ ਸਿੰਘ ਵੱਜਦੇ ਸਨ। ਕੇਵਲ ਤੀਰ ਚੱਲਦੇ ਸਨ, ਪਰ ਪਾਖਰਾਂ ਵਾਲੇ ਘੋੜਿਆਂ ਦੇ ਜ਼ਖਮਾਂ ਤੋਂ ਭੱਕ ਕਰਦਾ ਸ਼ੁੱਧ ਲਹੂ ਨਿਕਲ ਰਿਹਾ ਸੀ। ਲੋਥ ਚੜ੍ਹੀ ਹੋਈ ਸੀ। ਸਿਰ ਤੋਂ ਬਿਨਾਂ ਅਮਥ ਧੜਾਂ ਦੇ ਸਮੂਹ ਉਛਲ ਰਹੇ ਸਨ। ਦੂਰ ਲੋਥਾਂ ਖਿਲਰੀਆਂ ਪਈਆਂ ਸਨ। ਲੋਥਾਂ ਨੇ ਇੱਕ ਦੂਸਰੇ ਦੀਆਂ ਵੱਖੀਆਂ ਵਿੱਚ ਹੱਥ ਪਾਏ ਹੋਏ ਸਨ। ਸਥਿਰ ਖੜੋਤੇ ਯੋਧੇ ਜ਼ਖਮ ਖਾ ਕੇ ਘੁੰਮ ਗਏ ਹਨ। ਦੋਹਾਂ ਧਿਰਾਂ ਦੇ ਸੂਰਮੇ ਬਕਵਾਦ ਕਰਦੇ ਸਨ। ਬਕਵਾਦ ਦਾ ਮਤਲਬ ਮੈਨੂੰ ਨਹੀਂ ਜੀ ਪਤਾ, ਤੇ ਮੈਨੂੰ ਦੋਵੇਂ ਧਿਰਾਂ 'ਚ ਰਾਮਚੰਦਰ ਉਹਨਾਂ ਦੇ ਨਾਲ ਸੈਨਾ ਵੀ ਜੰਗਲ 'ਚ ਗਈ ਸੀ, ਜਾਣੀ ਕਨਫਿਊਜ਼ਨ ਹੈ ਜੀ ਮੈਨੂੰ। ਚਲੋ 447 ਨੰਬਰ ਪੇਜ 'ਤੇ ਚੱਲਦੇ ਹਾਂ ਜੀ। ਜੋਗਣਾ ਕਿਲਕਾਰੀਆਂ ਮਾਰਦੀਆਂ ਸਨ, ਪਾਣੀ ਵਾਂਗ ਲਹੂ ਪੀਂਦੀਆਂ ਸਨ। ਜੋਗਣਾ। ਭੈਰਵ ਦੀ ਲਲਕਾਰ ਸੁਣ ਕੇ ਯੁੱਧ ਅਗਨੀ ਮੱਚ ਰਹੀ ਹੈ। ਗਿੱਦੜੀਆਂ ਹੁੰਕਾਰਦੀਆਂ ਫਿਰ ਰਹੀਆਂ ਸਨ ਅਤੇ ਵੱਡੀਆਂ ਗਿਰਜਾਂ ਬੋਲ ਰਹੀਆਂ ਸਨ। ਡੌਰੂਆਂ ਦੀ ਡਹਿਕ ਆਵਾਜ਼ ਹੁੰਦੀ ਸੀ ਅਤੇ ਬੀਰ ਬੇਤਾਲ ਬਕਾਰਦਾ ਸੀ। ਸੂਰਮਿਆਂ ਦੀ ਖੜਗ ਜਦੋਂ ਆਪਸ ਵਿੱਚ ਕਹਿੰਦੇ ਸਨ ਤਾਂ ਉਹਨਾਂ ਦੀ ਚਿੱਟੀ ਧਾਰ ਲਿਸ਼ਕਦੀ ਸੀ। ਇਉਂ ਪ੍ਰਤੀਤ ਹੁੰਦਾ ਸੀ ਮੰਨੋ ਸਾਵਣ ਦੀਆਂ ਕਾਲੀਆਂ ਘਟਾਵਾਂ ਵਿੱਚੋਂ ਤੇਜ਼ੀ ਨਾਲ ਬਿਜਲੀ ਲਿਸ਼ਕੀ ਹੋਵੇ। ਖੱਪਰਾਂ ਵਾਲੀਆਂ ਜੋਗਣਾ ਲਹੂ ਪੀਂਦੀਆਂ ਸਨ ਅਤੇ ਇੱਲਾਂ ਮਾਸ ਖਾਂਦੀਆਂ ਸਨ। ਦੋਹਾਂ ਧਿਰਾਂ ਦੇ ਯੋਧੇ ਲਲਕਾਰੇ ਹੋਏ ਸੰਭਲ ਕੇ ਧਾਰ ਵਾਲੇ ਸ਼ਸਤਰਾਂ ਨਾਲ ਲੜਦੇ ਸਨ। ਮਾਰੋ ਪੁਕਾਰਦੇ ਹੋਏ ਪੈ ਜਾਂਦੇ ਸਨ ਅਤੇ ਸਰੀਰ ਉੱਤੇ ਦੁੱਖ ਦਾ ਭਾਰ ਸਹਾਰਦੇ ਸਨ। ਜੋ ਤਲਵਾਰ ਦੀ ਧਾਰ ਨਾਲ ਕੱਟ ਜਾਂਦੇ ਸਨ ਉਹ ਦੇਵ ਮੰਡਲ ਸਵਰਗ ਨੂੰ ਜਾ ਰਹੇ ਸਨ। ਚਲੋ ਵਧੀਆ ਛੁਟਕਾਰਾ ਹੋਇਆ ਜੀ ਉਹਨਾਂ ਦਾ।
ਸੂਰਮੇ ਆਪਣੀ ਪੈਜ ਰੱਖਦੇ ਹੋਏ ਲਲਕਾਰਦੇ ਸਨ ਅਤੇ ਜ਼ਖਮਾਂ ਦੀ ਖੁਮਾਰੀ ਨਾਲ ਝੂਮ ਕੇ ਇਉਂ ਡਿੱਗਦੇ ਸਨ ਮਾਨੋ ਤਪਸਵੀ ਨੀਵੇਂ ਮੂੰਹ ਕਰਕੇ ਧੂਏ ਵਾਲੀ ਅੱਗ ਦਾ ਧੂਆਂ ਪੀ ਰਹੇ ਹੋਣ। ਉਹਨਾਂ ਉੱਤੇ ਅਸਤਰ ਦੀ ਧਾਰ ਵਹਿ ਜਾਂਦੀ ਸੀ, ਉਹਨਾਂ ਦੇ ਅੰਗ ਭੰਗ ਹੋ ਕੇ ਟੁੱਟ ਜਾਂਦੇ ਸਨ, ਲਹੂ ਦੀਆਂ 2 ਛਿੱਟਾਂ ਉੱਡਦੀਆਂ ਸਨ, ਉਸ ਨੂੰ ਮਾਸਾਹਾਰੀ ਪੀਂਦੇ ਸਨ। ਕੱਟੇ ਹੋਏ ਜ਼ਖਮੀਆਂ ਨੂੰ ਖਾ ਕੇ ਅਘੋਰੀ ਰੱਜ ਗਏ ਸਨ। ਅਘੋਰੀ ਹੁੰਦੇ ਨੇ ਉਹ ਯਾਨੀ ਮਾਸ ਖਾਣ ਵਾਲੇ ਮੇਰਾ ਖਿਆਲ। ਜ਼ਖਮੀ ਇਉਂ ਮੁੱਦੇ ਮੂੰਹ ਪਏ ਸਨ ਮਾਨੋ ਯੋਗੀ ਨੇ ਸਿੱਧ ਆਸਣ ਲਾਇਆ ਹੋਇਆ ਹੋਵੇ। ਕਈਆਂ ਦੇ ਅੰਗ ਟੁੱਟੇ ਹੋਏ ਸਨ ਅਤੇ ਮੂੰਹੋਂ ਮਾਰੋ ਮਾਰੋ ਬੋਲਦੇ ਸਨ। ਉਹਨਾਂ ਦਾ ਬੋਲਣਾ ਇਉਂ ਪ੍ਰਤੀਤ ਹੁੰਦਾ ਸੀ ਮਾਨੋ ਬੰਦੀ ਜਨ ਅਪਾਰ ਸ਼ੁਭ ਕੀਰਤੀ ਦੀ ਕਵਿਤਾ ਬਣ ਕੇ ਬੋਲ ਰਹੇ ਹੋਣ। ਛੈਣੇ, ਛੋਟੇ ਢੋਲ, ਬੰਸਰੀ, ਮਿਰਦੰਗ, ਝਾਲ, ਨਫੀਰੀ, ਸਨਾਏ ਅਤੇ ਭੇਰੀ ਅਦਕ ਸਾਜ਼ ਵੱਜਦੇ ਸਨ। ਇਹਨਾਂ ਤੋਂ ਸ਼ੁੱਧ ਸ਼ਬਦ ਨਿਕਲਦੇ ਸਨ ਅਤੇ ਸ਼ਸਤਰ ਦੇ ਪ੍ਰਹਾਰ ਤੋਂ ਪੈਦਾ ਹੋ ਰਿਹਾ ਟਕ ਟਕ ਦਾ ਤਾਲ ਟੁੱਟਦਾ ਨਹੀਂ ਸੀ। ਇੰਜ ਪ੍ਰਤੀਤ ਹੁੰਦਾ ਸੀ ਮਾਨੋ ਬੰਦੀ ਜਨ ਕੀਰਤੀ ਗਾ ਰਹੇ ਹੋਣ ਅਤੇ ਕਵੀ ਰਾਜ ਕਵਿਤਾ ਪਾਠ ਕਰ ਰਹੇ ਹੋਣ। ਢਾਲਾਂ ਦੀ ਮਾਰ ਤੋਂ ਢਲ ਢਲ ਸ਼ਬਦ ਹੁੰਦੇ ਸਨ ਅਤੇ ਰਣ ਭੂਮੀ ਵਿੱਚ ਤਲਵਾਰਾਂ ਠਹਿਕਦੀਆਂ ਸਨ। ਬੇਅੰਤ ਤਿੱਖੇ ਬਾਣ ਚੱਲਦੇ ਸਨ ਤੇ ਜੋ ਅਨੇਕਾਂ ਦਾ ਅੰਤ ਕਰਦੇ ਸਨ। ਸਫਾ 448। ਕਈ ਇਕੱਠੇ ਹੋ ਕੇ ਸਾਂਗ ਵਾਹ ਦਿੰਦੇ ਸਨ ਅਤੇ ਕਈ ਤਰਸ਼ੂਲ ਅਤੇ ਨੇਜੇ ਮਾਰਦੇ ਸਨ। ਸੂਰਮੇ ਤਲਵਾਰ ਦੀ ਨਾ ਚੱਲੇ ਜਾ ਸਕਣ ਵਾਲੀ ਝਾਲ ਨੂੰ ਝੱਲਦੇ ਸਨ ਅਤੇ ਰੁੰਡ ਮੁੰਡ ਹੋ ਕੇ ਰਣ ਭੂਮੀ ਵਿੱਚ ਰੁਲਦੇ ਸਨ। ਵਿਚਿੱਤਰ ਚਿੱਤਰਕਾਰੀ ਵਾਲੇ ਤੀਰ ਭਿਆਨਕ ਯੁੱਧ ਵਿੱਚ ਚੱਲਦੇ ਸਨ। ਕਈ ਢਾਲ ਦੇ ਸਹਾਰੇ ਉਹਨਾਂ ਤੀਰਾਂ ਨੂੰ ਉੱਪਰ ਲੰਘਣ ਦਿੰਦੇ ਸਨ। ਉਹਨਾਂ ਤੀਰਾਂ ਨੂੰ ਉੱਪਰੋਂ ਲੰਘਣ ਦਿੰਦੇ ਸਨ ਜੋ ਇੰਜ ਪ੍ਰਤੀਤ ਹੁੰਦੇ ਸਨ ਮਾਨੋ ਸੁੰਦਰ ਚੌਰ ਝੁੱਲ ਰਿਹਾ ਹੋਵੇ। ਸੂਰਮੇ ਨਾ ਦਲੇ ਜਾਣ ਵਾਲਿਆਂ ਨੂੰ ਦਲ ਰਹੇ ਸਨ। ਯੋਧੇ ਧਰਤੀ ਉੱਪਰ ਡਿੱਗਦੇ ਸਨ। ਸੂਰਮਿਆਂ ਦੀਆਂ ਗਦਾਵਾਂ ਤੋਂ ਜੋ ਸ਼ਬਦ ਉੱਠਦਾ ਸੀ ਉਸ ਨਾਲ ਭਿਆਨਕ ਆਵਾਜ਼ ਪੈਦਾ ਹੋ ਰਹੀ ਸੀ। 64 ਜੋਗਣੀਆਂ ਖੱਪਰ ਭਰਦੀਆਂ ਸਨ। ਭੂਤਨੀਆਂ ਕਿਲਕਾਰੀਆਂ ਮਾਰਦੀਆਂ ਸਨ। ਆਕਾਸ਼ ਵਿੱਚ ਹੂਰਾਂ ਫਿਰਦੀਆਂ ਸਨ ਜੋ ਸ਼ੂਰਵੀਰ ਪੁਰਸ਼ਾਂ ਨੂੰ ਵਰਦੀਆਂ ਸਨ। ਹੂਰਾਂ ਮੀਨਸ ਪਰੀਆਂ। ਸ਼ਸਤਰਧਾਰੀ ਸੂਰਮਿਆਂ ਦੇ ਹੱਥਾਂ ਉੱਤੇ ਗੋਹ ਦੇ ਚੰਮ ਦੇ ਦਸਤਾਨੇ ਸ਼ੋਭ ਰਹੇ ਸਨ। ਡਾਕਣੀਆਂ ਡਕਾਰਦੀਆਂ ਫਿਰਦੀਆਂ ਸਨ ਅਤੇ ਰਣ ਭੂਮੀ ਵਿੱਚੋਂ ਮੁਰਦਿਆਂ ਦਾ ਮਾਸ ਖਾਂਦੀਆਂ ਸਨ। ਰਣ ਭੂਮੀ ਵਿੱਚ ਕਾਲੀ ਦੇਵੀ ਕਿਲਕਾਰੀਆਂ ਮਾਰਦੀ ਸੀ ਅਤੇ ਡੌਰੂ ਦੀ ਆਵਾਜ਼ ਹੁੰਦੀ ਸੀ। ਤਲਵਾਰਾਂ ਦੇ ਕੜਾਕੇ ਉੱਠਦੇ ਸਨ। ਪਾਖਰਾਂ ਉੱਤੇ ਧੂੜ ਪੈ ਰਹੀ ਸੀ। ਰਣ ਸਿੰਘੇ ਸੁਰ ਨਾਲ ਵੱਜ ਰਹੇ ਸਨ। ਤਰਸ਼ੂਲਾਂ ਅਤੇ ਸਹੱਥੀਆਂ ਨਾਲ ਯੋਧੇ ਜ਼ਖਮੀ ਹੋ ਰਹੇ ਸਨ। ਨਿਰਲੱਜ ਕਾਇਰ ਰਣ ਵਿੱਚੋਂ ਭੱਜ ਕੇ ਭੂਮੀ ਉੱਤੇ ਭਾਰ ਬਣ ਰਹੇ ਸਨ। ਅਸਤਰਾਂ ਸ਼ਸਤਰਾਂ ਨਾਲ ਸਜੇ ਹੋਏ ਯੋਧੇ ਯੁੱਧ ਵਿੱਚ ਝੂਲਦੇ ਸਨ। ਜੋ ਲੱਜਾ ਰੂਪ ਚਿੱਕੜ ਵਿੱਚ ਫਸੇ ਹੋਏ ਸਨ ਉਹ ਕੇਵਲ ਦਰੋਹ ਕਰਦੇ ਸਨ। ਉਹ ਕੇਵਲ ਦਰੋਹ ਜਾਂ ਧਰੋਹ ਹੁੰਦਾ ਜਿਹਦਾ ਕਿਸੇ ਨਾਲ ਧੋਖਾ ਕਰਨਾ। ਅੰਗ ਕੱਟ ਕੇ ਡਿੱਗਦੇ ਸਨ। ਮਾਸਾਂ ਦੇ ਚਿੱਕੜ ਵਿੱਚੋਂ ਛਿੱਟੇ ਉੱਠਦੇ ਸਨ। ਇਉਂ ਪ੍ਰਤੀਤ ਹੁੰਦਾ ਮਾਨੋ ਗੋਪੀਆਂ ਵਿੱਚ ਕਾਨ ਖਿੱਦੋ ਖੇਡਦੇ ਹੋਣ। ਓਕੇ ਚਲੋ, ਅਗਰ ਤਾਂ ਰਮਾਇਣ 'ਚ ਵੀ ਇਹੀ ਕੁਛ ਲਿਖਿਆ ਆ ਤੇ ਫਿਰ ਰਮਾਇਣ ਪਰ ਇਹ ਕਵੀ ਦਾ ਬਿਰਤਾਂਤ ਹੈ ਜੀ। ਇਹ ਜਾਣੀ ਕਹਿੰਦੇ ਲਿਖੀ ਆ ਰਮਾਇਣ ਕਿਸੇ ਨੇ ਜੋ ਮਰਜ਼ੀ ਲਿਖੀ ਜਾਵੇ ਜੀ। ਕਿਉਂਕਿ ਅਗਰ ਆਪਾਂ ਇਹ ਜਿਹੜਾ ਯੁੱਗ ਹੈਗੇ ਨੇ ਇਹ ਤ੍ਰੇਤਾ ਯੁੱਗ ਰਾਮ ਵਾਲਾ ਅਤੇ ਰਾਮ ਦੇ ਯੁੱਗ ਵਾਲਾ ਜਿਹੜਾ ਟਾਈਮ ਖਤਮ ਹੁੰਦਾ ਅਤੇ ਫਿਰ ਦੁਆਪਰ ਯੁੱਗ ਆਉਂਦਾ ਜਿਹਦੇ ਵਿੱਚ ਗੋਪੀਆਂ ਦੀ ਮਤਲਬ ਕਿ ਗੱਲਬਾਤ ਆ। ਕਾਨ ਦਾ ਮਤਲਬ ਭਗਵਾਨ ਕ੍ਰਿਸ਼ਨ। ਅਤੇ ਇਹਦੇ ਵਿੱਚ ਮੇਰੀ ਸਮਝ ਤੋਂ ਬਾਹਰ ਆ ਵੀ ਰਾਮ ਅਵਤਾਰ ਦੇ ਵਿੱਚ ਅਗਰ ਤਾਂ ਬਾਅਦ 'ਚੋਂ ਲਿਖਿਆ ਗਿਆ, ਖੈਰ ਲਿਖਿਆ ਬਾਅਦ 'ਚੋਂ ਹੀ ਗਿਆ ਆ, ਸੋ ਇਹ ਹੋ ਸਕਦਾ ਇਟਸ ਪੋਸੀਬਲ। ਉਸ ਟਾਈਮ 'ਤੇ ਨਹੀਂ ਲਿਖੀ ਗਈ ਹੈ ਯਾਨੀ ਰਮਾਇਣ ਜਦੋਂ ਹੋਈ ਹੈ ਕਿਉਂਕਿ ਇਹ ਬਾਅਦ 'ਚੋਂ ਲਿਖੀ ਗਈ ਹੈ ਜੀ। ਦਾਰੂ ਅਤੇ ਡਾਕਣੀਆਂ ਬੋਲਦੀਆਂ ਸਨ। ਤੀਰਾਂ ਦੀ ਚਮਕ ਝਾਲ ਲਿਸ਼ਕਦੀ ਸੀ। ਨਫੀਰੀਆਂ ਦਾ ਲਗਾਤਾਰ ਨਾਦ ਹੋ ਰਿਹਾ ਸੀ ਅਤੇ ਭੇਰੀ ਦੀ ਭੀਸ਼ਣ ਧੁਨੀ ਹੋ ਰਹੀ ਸੀ। ਧੌਂਸਾ ਭਿਆਨਕ ਸੁਰ ਵਿੱਚ ਗੂੰਜ ਰਿਹਾ ਸੀ। ਝਾਂਜ ਦੀ ਆਵਾਜ਼ ਹੋ ਰਹੀ ਸੀ ਅਤੇ ਚੰਗੇ ਸੁਰ ਨਾਲ ਬੰਸਰੀ ਵੱਜ ਰਹੀ ਸੀ। ਇਸ ਲੜਾਈ ਝਗੜਿਆਂ 'ਚ ਬੰਸਰੀ ਨੇ ਕੀ ਕਰਨਾ ਮੇਰੀ ਸਮਝ ਤੋਂ ਬਾਹਰ ਆ। ਨਗਾੜਾ ਤਾਂ ਚਲੋ ਮੰਨ ਲਿਆ। ਤੇਜ਼ੀ ਨਾਲ ਘੋੜੇ ਨੱਚਦੇ ਸਨ ਅਤੇ ਚੰਚਲਤਾ ਨਾਲ ਚੱਲਦੇ ਸਨ। ਧਰਤੀ ਉੱਤੇ ਸੁੰਮ ਦੇ ਨਿਸ਼ਾਨ ਦੀ ਥਾਂ 'ਤੇ ਲੀਕ ਜਿਹੀ ਉੱਭਰ ਰਹੀ ਸੀ ਜੋ ਗੋਲਾਕਾਰ ਰੂਪ ਵਿੱਚ ਸੋਭ ਰਹੀ ਸੀ। ਖੁਰਾਂ ਨਾਲ ਉੱਡੀ ਹੋਈ ਬਹੁਤ ਧੂੜ ਆਕਾਸ਼ ਵਿੱਚ ਪਸਰ ਰਹੀ ਸੀ। ਖੁਰ ਮਤਲਬ ਕਿ ਘੋੜਿਆਂ ਦੇ ਖੁਰ ਨਾਲ ਜਿਹੜੀ ਧੂੜ ਉੱਡੀ ਜੀ ਮਿੱਟੀ ਤੋਂ
ਆਕਾਸ਼ ਵਿੱਚ ਉੱਡੇ ਧੂੜ। ਰਣ ਵਿੱਚ ਬਹੁਤ ਭੈ ਮਹਿਸੂਸ ਹੁੰਦਾ ਸੀ, ਜਿਵੇਂ ਪਾਣੀਆਂ ਵਿੱਚ ਘੁੰਮਣ ਘੇਰੀਆਂ ਵਾਲੀ ਥਾਂ ਤੋਂ ਤਾਰੂ ਵਿਅਕਤੀਆਂ ਨੂੰ ਡਰ ਲੱਗਦਾ ਹੈ। ਧੀਰਜ ਵਾਲੇ ਕਈ ਸੂਰਮੇ ਆਪਣੇ ਮਾਣ ਅਤੇ ਪ੍ਰਾਣ ਬਚਾ ਕੇ ਭੱਜ ਗਏ ਸਨ। ਹਾਥੀਆਂ ਦੀ ਪੰਕਤੀ ਦਲੀ ਜਾਂ ਜਾ ਚੁੱਕਣ ਤੋਂ ਬਾਅਦ ਸੂਰਮੇ ਹਾਰ ਮੰਨ ਕੇ ਭੱਜੇ ਜਾ ਰਹੇ ਸਨ। ਕਈ ਦੰਦਾਂ ਵਿੱਚ ਘਾਹ ਲੈ ਕੇ ਰਾਮ ਜੀ ਨੂੰ ਆ ਮਿਲੇ ਅਤੇ ਰੱਛਿਆ ਕਰੋ ਸ਼ਬਦ ਮੂੰਹੋਂ ਉਚਾਰ ਰਹੇ ਸਨ। ਇਹ ਦੰਦਾਂ 'ਚ ਘਾਹ ਲੈ ਕੇ ਆਉਣਾ ਮਤਲਬ ਕਿ ਇਹ ਰਾਮ ਦੇ ਪਿਓ ਦੇ ਬਾਰੇ ਵੀ, ਰਾਮ ਦੇ ਜਿਹੜੇ ਫਾਦਰ ਨੇ ਰਾਜਾ ਦਸ਼ਰਥ, ਉਹਨਾਂ ਦੇ ਬਾਰੇ ਵੀ ਸੀਗੀ ਕੋਈ ਗੱਲਬਾਤ ਇਹ ਪਹਿਲਾਂ, ਵੀ ਦਸ਼ਰਥ ਨੇ ਮੂੰਹ 'ਚ ਘਾਹ ਲੈ ਕੇ ਅਤੇ ਈਨ ਮੰਨੀ ਸੀ ਕਿਸੇ ਦੀ, ਅਤੇ ਹੈਲਪ ਲੈਣ ਜਾਣੀ ਹੱਥ ਖੜੇ ਕਰ ਗਿਆ ਵੀ ਉਹ ਵੀ ਮੇਰੀ ਰੱਛਿਆ ਕਰੋ। ਉਵੇਂ ਹੀ ਕੋਈ ਹੋਰ ਆ ਗਿਆ ਜੀ। ਕਈ ਦੰਦਾਂ ਵਿੱਚ ਘਾਹ ਲੈ ਕੇ ਰਾਮ ਜੀ ਨੂੰ, ਅਗਰ ਦੰਦਾਂ 'ਚ ਘਾਹ ਲੈ ਕੇ ਆਓ ਤਾਂ ਮਤਲਬ ਕਿ ਤੁਸੀਂ ਹਾਰ ਮੰਨ ਲੈਂਦੇ ਹੋ, ਆਪਣੀ ਤੇ ਰੱਛਿਆ ਦੀ ਕਰਦੇ ਹੋ ਅਪੀਲ। ਇਸ ਤਰ੍ਹਾਂ ਰਾਮ ਨੇ ਪਵਿੱਤਰ ਹੱਥਾਂ ਨਾਲ ਬਿਰਧ ਦੈਂਤ ਮਾਰਿਆ ਗਿਆ। ਅਤੇ ਮੈਨੂੰ ਇਹ ਨਹੀਂ ਸਮਝ ਲੱਗੀ, ਇੱਕ ਦੈਂਤ ਸੀਗਾ ਅਤੇ ਇਹਨੇ ਸੂਰਮੇ, ਹਾਥੀ, ਨਗਾੜੇ, ਇਹ ਕਿਹਨੇ ਵਜਾਏ ਆਲੇ ਦੁਆਲੇ ਜਾਣੇ, ਕਿਉਂਕਿ ਰਾਮ ਉਹੀ ਤਾਂ ਹੈ ਹੀ ਤਿੰਨ ਨੇ। ਇੱਥੇ ਸ਼੍ਰੀ ਬਚਿੱਤਰ ਨਾਟਕ ਦੀ ਰਾਮਾ ਅਵਤਾਰ ਕਥਾ ਵਿੱਚ ਵਿਰਾਟ ਦਾਨਵ ਵੱਧ, ਹਲੇ ਹੋਰ ਦਾਨਵ ਆਉਣਾ ਕਿ ਖਤਮ ਹੋ ਗਿਆ ਇਹ? ਇੱਥੇ ਸ਼੍ਰੀ ਬਚਿੱਤਰ ਨਾਟਕ ਦੀ ਰਾਮਾ ਅਵਤਾਰ ਕਥਾ ਵਿੱਚ ਵਿਰਾਟ ਦਾਨਵ ਵੱਧ, ਹੁਣ ਬਨ ਮੋਹ ਪ੍ਰਵੇਸ਼ ਦਾ ਕਥਨ। ਚਲੋ ਮੈਨੂੰ ਉਮੀਦ ਹੈ ਵੀ ਹੁਣ ਲੜਾਈ ਝਗੜਾ ਨਹੀਂ ਹੋਊਗਾ। ਇਹਦੇ ਲਿਖਾਰੀ ਨੇ ਜਿਹੜਾ ਇਹ ਰਾਮ ਅਵਤਾਰ ਦਾ ਲਿਖਾਰੀ ਹੈ, ਇਹਨੇ ਸ਼ੁਰੂ 'ਚ ਕਿਹਾ ਆ ਬਈ ਮੈਂ ਬੜੇ ਸੰਖੇਪ ਦੇ ਵਿੱਚ ਲਿਖ ਰਿਹਾ ਹਾਂ ਰਾਮਾ ਅਵਤਾਰ। ਜਿਹਨੇ ਡਿਟੇਲ 'ਚ ਪੜ੍ਹਨਾ ਆ ਉਹ ਹਨੂੰਮਾਨ ਨਾਟਕ ਜਾਂ ਰਾਮਾਇਣ ਵਗੈਰਾ 'ਚ ਜਾ ਕੇ ਪੜ੍ਹੇ। ਮੈਨੂੰ ਤਾਂ ਜਾਣੀ ਧੰਨ ਨੇ ਵੀ ਜਿਹਨੇ ਅਗਰ ਇਹ ਹਲੇ ਸੰਖੇਪ 'ਚ ਲਿਖਿਆ ਆ, ਲੜਾਈ ਝਗੜਾ ਜਾਂ ਯੱਗ ਯੁੱਗ ਜੇ ਚੱਲਦੇ ਨੇ ਅਤੇ ਸਾਰਿਆਂ ਨੂੰ ਇਕੱਠੇ ਕਰਕੇ ਫਿਰ ਉਹ ਮੀਨਸ ਯੱਗ ਦੇ ਵਿੱਚ ਇਨਾਮ ਦਿੰਦੇ ਨੇ, ਤੋਹਫੇ ਦਿੰਦੇ ਨੇ, ਵਰਖਾ ਹੁੰਦੀ ਹੈ, ਅਤੇ ਇਹ ਹਲੇ ਸੰਖੇਪ 'ਚ ਲਿਖਿਆ। ਅਤੇ ਜਿਹੜਾ ਸੰਖੇਪ ਤੋਂ ਬਿਨਾਂ ਡਿਟੇਲ 'ਚ ਲਿਖਿਆ ਹੋਇਆ ਅਤੇ ਧੰਨ ਨੇ ਵੀ ਉਹਨੂੰ ਪੜ੍ਹਨ ਵਾਲੇ ਜੀ, ਜੇ ਇਹ ਸੰਖੇਪ 'ਚ ਆ ਰਹੇ ਰਿਪੀਟਡ ਗੱਲਾਂ ਨੇ ਉਹੀ ਜੀ, ਰਿਪੀਟਡ। ਚਲੋ ਹੁਣ ਬਨ ਮੇ ਪ੍ਰਵੇਸ਼ ਦਾ ਕਥਨ। ਹਲੇ ਬਨ 'ਚ ਪ੍ਰਵੇਸ਼ ਹੋਈ ਨਹੀਂ ਰਾਮ ਚੰਦਰ ਜੀ, ਹੋ ਤਾਂ ਗਿਆ ਅਤੇ ਝਗੜਾ ਵੀ ਹੋ ਗਿਆ। ਇਸ ਤਰ੍ਹਾਂ ਵਿਰਾਟ ਦੈਂਤ ਨੂੰ ਮਾਰ ਕੇ ਰਾਮ ਚੰਦਰ ਨਿਸੰਗ ਹੋ ਕੇ ਬਨ ਵਿੱਚ ਘੁਸ ਗਏ। ਸ਼ਿਆਮ ਕਵੀ ਨੇ ਇਸ ਤਰ੍ਹਾਂ ਰਾਮ ਚੰਦਰ ਦੇ ਯੁੱਧ ਦਾ ਪ੍ਰਸੰਗ ਕਹਿ ਸੁਣਾਇਆ। ਲਓ ਜੀ, ਸ਼ਿਆਮ ਕਵੀ ਆ ਜਿਹਨੇ ਇਹ ਲਿਖਿਆ ਜੀ, ਕਿਉਂਕਿ ਰਾਮ ਅਤੇ ਸ਼ਿਆਮ ਕਹਿੰਦੇ ਨੇ ਨਾ ਜਿਨ੍ਹਾਂ ਨੇ ਲਿਖਿਆ ਹੈ ਬਚਿੱਤਰ ਨਾਟਕ। ਇਹ ਆਪਾਂ ਹੁਣ ਮੈਨੂੰ ਵੀ ਯਾਦ ਕਰਨਾ ਪੈਣਾ, ਪੇਜ ਨੰਬਰ ਕਿਹੜਾ ਹੈਗਾ? ਸ਼ਿਆਮ ਕਵੀ 449 ਨੰਬਰ ਪੇਜ ਆ ਜੀ, ਅਤੇ ਉਹਦੇ ਵਿੱਚ ਸ਼ਿਆਮ ਹੈਗਾ ਜੀ ਕਵੀ ਲਿਖਣ ਵਾਲਾ ਇਹਨੂੰ, ਠੀਕ ਹੈ ਜੀ। ਇੱਥੇ ਗਿਆ ਸ਼ਿਆਮ ਦੋਹਰਾ ਸ਼ਿਆਮ ਕਵੀ, ਹਾਂਜੀ ਸ਼ਿਆਮ ਕਵੀ ਨੇ ਇਸ ਤਰ੍ਹਾਂ ਰਾਮ ਚੰਦਰ ਦੇ ਯੁੱਗ ਦਾ ਪ੍ਰਸੰਗ ਕਹਿ ਸੁਣਾਇਆ। ਸੁਖ ਦਾ ਛੰਦ। ਅਗਸਤ ਰਿਸ਼ੀ ਦੇ ਸਥਾਨ ਉੱਤੇ ਰਾਜਾ ਰਾਮ ਚੰਦਰ ਜੋ ਧਰਮ ਸਥਾਨ ਦਾ ਝੰਡਾ ਰੂਪ ਹੈ, ਉਹ ਆਪਣੀ ਇਸਤਰੀ ਸੀਤਾ ਸਮੇਤ ਚਲੇ ਗਏ। ਰਾਮ ਚੰਦਰ ਨੂੰ ਸੂਰਮਾ ਜਾਣ ਕੇ ਅਗਸਤ ਰਿਸ਼ੀ ਨੇ ਉਹਨਾਂ ਨੂੰ ਤੀਰ ਦਿੱਤਾ, ਜਿਹੜਾ ਸਾਰੇ ਵੈਰੀਆਂ ਨੂੰ ਚੀਰ ਕੇ ਸਾਰੇ ਦੁੱਖ ਦੂਰ ਕਰਕੇ ਮੁੜ ਵਾਪਸ ਆ ਜਾਂਦਾ ਸੀ। ਕਿਆ ਬਾਤ ਹੈ। ਅਗਸਤ ਰਿਸ਼ੀ ਨੇ ਰਾਮ ਨੂੰ ਵਿਦਾ ਕੀਤਾ ਅਤੇ ਅਸੀਸ ਦਿੱਤੀ। ਰਾਮ ਦੀ ਛਵੀ ਨੂੰ ਵੇਖ ਕੇ ਪ੍ਰਬੀਨ ਮੁਨੀ ਦਾ ਮਨ ਆਨੰਦਿਤ ਹੋ ਰਿਹਾ ਸੀ। ਪ੍ਰਬੀਨ ਮੁਨੀ ਹੈ ਜੀ ਕੋਈ। ਚਲੋ ਨੈਕਸਟ ਪੇਜ 'ਤੇ ਚੱਲਦੇ ਹਾਂ ਜੀ, 450 ਨੰਬਰ ਪੇਜ। ਰਾਮ ਚੰਦਰ ਭਰਾ ਸਹਿਤ ਅਤੇ ਪਰਮ ਸੁੰਦਰੀ ਸੀਤਾ ਨੂੰ ਨਾਲ ਲੈ ਕੇ ਸਰੀਰ ਦੀ ਚਿੰਤਾ ਛੱਡਦੇ ਹੋਏ ਨਿਸੰਗ ਹੀ ਬਣ ਵਿੱਚ ਜਾ ਵੜੇ। ਜਿਨ੍ਹਾਂ ਨੇ ਹੱਥ ਵਿੱਚ ਬਾਣ ਧਾਰਨ ਕੀਤਾ ਹੋਇਆ ਸੀ, ਲੱਕ ਨਾਲ ਤਲਵਾਰ ਬੰਨੀ ਹੋਈ ਸੀ, ਗੋਡਿਆਂ ਤੱਕ ਜਿਨ੍ਹਾਂ ਦੀ ਸੁੰਦਰ ਬਾਹਾਂ ਸਨ, ਬਾਹਾਂ ਬਹੁਤ ਲੰਮੀਆਂ ਸੀ ਜੀ। ਅਤੇ ਇਹ ਜਿਹੜਾ ਬਾਣ ਦਿੱਤਾ ਨਾ, ਆਹ ਜਿਹੜੇ ਵੀ ਬੰਦੇ ਨੇ ਪਹਿਲਾਂ ਦਿੱਤਾ, ਇਹ ਬਾਣ ਬੜਾ ਜ਼ਬਰਦਸਤ ਦਿੱਤਾ, ਯਾਨੀ ਰਾਮ ਚੰਦਰ ਨੂੰ ਅੱਗੇ ਹੈਲਪ ਕਰੂਗਾ ਇਹ ਜੰਗਲ ਦੇ ਵਿੱਚ। ਉਹ ਰਾਮ ਚੱਲ ਕੇ ਤੀਰਥ ਵਿੱਚ ਇਸ਼ਨਾਨ ਕਰਨ ਲੱਗੇ। ਗੋਦਾਵਰੀ ਦੇ ਕੰਢੇ ਉੱਤੇ ਸ਼੍ਰੀ ਰਾਮ ਭਰਾ ਸਹਿਤ ਗਏ ਅਤੇ ਬਸਤਰ ਉਤਾਰ ਕੇ ਰਾਮ ਚੰਦਰ ਨੇ ਇਸ਼ਨਾਨ ਕਰਕੇ ਸਰੀਰ ਨੂੰ ਪਵਿੱਤਰ ਕੀਤਾ। ਰਾਮ ਚੰਦਰ ਦੇ ਅਦਭੁਤ ਅਤੇ ਅਨੁਪਮ ਰੂਪ ਨੂੰ ਵੇਖ ਕੇ ਜਿੱਥੇ ਸ਼ੂਰਪਖਣਾ ਰਹਿੰਦੀ ਹੁੰਦੀ ਸੀ, ਉਹ ਬਣ ਦੇ ਰਾਖੇ ਉੱਥੇ ਚਲੇ ਗਏ। ਰਾਮ ਦੇ ਸਰੀਰ ਨੂੰ ਵੇਖ ਕੇ, ਕਿਉਂਕਿ ਰਾਮ ਕੱਪੜੇ ਲਾ ਕੇ ਨਹਾ ਰਿਹਾ ਸੀ, ਅਤੇ ਸ਼ੂਰਪਖਣਾ, ਨਾ ਮੈਂ ਗਲਤ ਪੜ੍ਹ ਰਿਹਾ ਜੀ,
ਸ਼ੂਰਪਣ ਕਿੰਨਾ ਹੋ ਗਿਆ, ਸਿੰਪਲ ਪੰਜਾਬੀ ਵੀ ਨਹੀਂ ਪੜ੍ਹੀ ਜਾ ਰਹੀ। ਜਿੱਥੇ ਸ਼ੂਰਪਣਖਾਂ, ਯਾਨੀ ਇਹਨੂੰ ਬ੍ਰੇਕਅਪ ਕਿੱਦਾਂ ਕਰਦੇ ਹੋ ਤੇ ਡਿਪੈਂਡ ਕਰਦਾ। ਸ਼ੂਰਪਣਖਾਂ ਰਹਿੰਦੀ ਹੁੰਦੀ ਸੀ, ਉਹ ਬਣ ਦੇ ਰਾਖੇ ਉੱਥੇ ਚਲੇ ਗਏ। ਰਾਖਿਆਂ ਨੇ ਜਾ ਕੇ ਉਸ ਨੂੰ ਕਿਹਾ, ਹੇ ਸ਼ੂਰਪਖਣਾ ਹੈ ਜੀ, ਸ਼ੂਰਪਖਣਾ ਤੂੰ ਸਾਡੀ ਗੱਲ ਨੂੰ ਸੁਣ। ਸਾਡੇ ਬਣ ਵਿੱਚ 2 ਸਾਧੂਆਂ ਨੇ ਆ ਕੇ ਇਸ਼ਨਾਨ ਕੀਤਾ ਹੈ। ਉਹਨਾਂ ਦੇ ਅਨੁਪਮ ਸਰੀਰ ਪ੍ਰਾਪਤ ਕੀਤੇ ਹੋਏ ਹਨ। ਉਹਨਾਂ ਦੇ ਸਰੀਰ ਬਹੁਤ ਸੁੰਦਰ ਨੇ। ਸ਼ੂਰਪਖਣਾ ਨੇ ਸਰੂਪਨਖਾ ਹੈ ਜੀ, ਸਰੂਪਨਖਾ ਓਕੇ, ਹੁਣ ਸਮਝ ਲੱਗੇ ਜੀ। ਸਰੂਪਨਖਾ ਹੈ ਜੀ, ਇਹ ਸੂਰਪ ਲਿਖਿਆ ਹੋਇਆ ਨਾ ਇਹਨੇ, ਸਰੂਪਨਖਾ ਉੱਪਰ ਜਿਹੜਾ ਹੈਗਾ ਸੂਪਨਖਾ ਲਿਖਿਆ ਜੀ। ਸੂਪਨਖਾ ਇਹ ਭਾਂਤੇ ਸੁਣੀ ਜਬ, ਯਾਨੀ ਸਰੂਪਨਖਾ ਹੁਣ ਸਮਝ ਲੱਗੀ ਨੇ। ਜਦੋਂ ਇਸ ਤਰ੍ਹਾਂ ਦੀ ਗੱਲ ਸੁਣੀ ਤਦ ਇਸਤਰੀ ਬਿਨਾਂ ਦੇਰ ਕੀਤੇ ਧਾਏ ਕਰਕੇ ਤੁਰ ਪਈ। ਉਸਨੇ ਰਾਮਚੰਦਰ ਦੇ ਸਰੀਰ ਨੂੰ ਕਾਮ ਸਰੂਪ ਕਰਕੇ ਜਾਣਿਆ। ਕਾਮ ਚੜ ਗਿਆ ਜੀ ਉਹਨੂੰ ਵੇਖ ਕੇ, ਸਰੂਪਨਖਾ ਨੂੰ, ਰਾਮਚੰਦਰ ਦੇ ਸਰੀਰ ਨੂੰ। ਸਫਾ 451। ਉਹ ਰੂਪ ਅਨੂਪਮ ਅਤੇ ਤਿੰਨਾਂ ਲੋਕਾਂ ਵਿੱਚ ਮੰਨਣ ਯੋਗ ਸੀ। ਜਿੱਥੇ ਰਾਮ ਸਨ ਉਹ ਉੱਥੇ ਭੱਜ ਕੇ ਪਹੁੰਚੀ ਅਤੇ ਇਸ ਤਰ੍ਹਾਂ ਕਿਹਾ ਜਿਸ ਤਰ੍ਹਾਂ ਕੋਈ ਨਿਰਲੱਜ ਇਸਤਰੀ ਵੀ ਕਿਸੇ ਨੂੰ ਨਹੀਂ ਕਹਿ ਸਕਦੀ। ਯਾਨੀ ਉਹਨੇ ਬੇਸ਼ਰਮੀ ਦੇ ਨਾਲ ਆਪਾਂ ਕਹਿ ਲਈਏ, ਨਿਰਲੱਜ ਇਸਤਰੀ ਵੀ, ਯਾਨੀ ਜਿਹਨੂੰ ਕੋਈ ਲੱਜਾ ਨਹੀਂ, ਉਹ ਇਸਤਰੀ ਵੀ ਜਿਹੜੀ ਹੈਗੀ ਆ ਕੁਝ ਕਹੇ ਰਾਮਚੰਦਰ ਨੂੰ ਉਸ ਹਾਲਾਤ ਦੇ ਵਿੱਚ, ਉਹਦੇ ਨਾਲੋਂ ਵੀ ਜਾਣੀ ਉਹਨੇ ਸਿਰੇ ਹੀ ਲਾਤੀ ਜੀ। ਉਹ ਕਹਿਣ ਲੱਗੀ, ਹੇ ਪ੍ਰੀਏ, ਮੈਂ ਤੁਹਾਡੀ ਸੁੰਦਰਤਾ ਉੱਤੇ ਮੋਹਿਤ ਹੋ ਗਈ ਹਾਂ, ਤੁਹਾਡੇ ਦੋਹਾਂ ਨੈਣਾਂ ਦੇ ਰੰਗ ਵਿੱਚ ਰੰਗੀ ਗਈ ਹਾਂ। ਰਾਮ ਨੇ ਕਿਹਾ, ਸੁੰਦਰੀ ਛੰਦ ਆ ਗਿਆ ਜੀ ਅੱਗੇ। ਉੱਥੇ ਜਾ ਕੇ ਜਿੱਥੇ ਮੇਰਾ ਛੋਟਾ ਭਰਾ ਬੈਠਾ ਹੈ, ਉਹ ਤੇਰੇ ਨੈਣਾਂ ਨੂੰ ਵੇਖ ਕੇ ਪ੍ਰਸੰਨ ਹੋਵੇਗਾ। ਵੇਖ, ਮੇਰੇ ਨਾਲ ਪਤਲੇ ਲੱਕ ਵਾਲੀ ਸੀਤਾ ਹੈ। ਚਲੋ, ਰਾਮ ਨੇ ਉੱਧਰ ਰੈਫਰ ਕਰਤਾ ਉਹਨੂੰ ਜੀ, ਸਰੂਪਨਖਾ ਨੂੰ, ਵੀ ਜਿਹੜਾ ਮੇਰਾ ਭਰਾ ਆ ਉਹ ਲਕਸ਼ਮਣ, ਉਹ ਇਕੱਲਾ ਆ ਜੰਗਲ ਦੇ ਵਿੱਚ, ਮੈਂ ਤਾਂ ਵਿਆਹਿਆ ਵਰਿਆ ਸੀਤਾ ਦੇ ਨਾਲ, ਮੇਰੇ ਨਾਲ ਹੈਗੀ ਆ, ਉਹਦੇ ਨਾਲ ਤੂੰ ਜਾ। ਤੇ ਇਹ ਹੁਣ ਲਕਸ਼ਮਣ ਦਾ ਵੀ ਅਗਰ ਵਿਆਹ ਹੋਇਆ ਤੇ ਲਕਸ਼ਮਣ ਨੇ ਆਪਣੀ ਘਰ ਵਾਲੀ ਨਾਲ ਕਿਉਂ ਨਹੀਂ ਲਈ? ਇੱਥੇ ਮੇਰਾ ਸਵਾਲ ਆ। ਕੋਈ ਹਿੰਦੂ ਵੀਰ ਜਾਂ ਜਿਹੜੇ ਵੀ ਇਹ ਟਕਸਾਲੀ ਇਹਨੂੰ ਦਸਮ ਗ੍ਰੰਥ ਨੂੰ ਪੜ੍ਹਨ ਵਾਲੇ ਨੇ, ਉਹ ਅਗਰ ਦੱਸ ਸਕਣ ਤਾਂ ਜੀ ਇਹ ਗੱਲਬਾਤ, ਕਿਉਂਕਿ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਨੇ ਉਹ ਮਿਸਿੰਗ ਨੇ ਇਹਦੇ ਵਿੱਚੋਂ। ਤੇ ਆ ਜਿਹੜੇ ਨਗਾੜੇ ਨਗੂੜੇ ਜਿਹੇ ਵੱਜਦੇ ਨੇ, ਲੜਾਈ ਝਗੜੇ, ਯੱਗ ਹੋ ਗਏ ਤੇ ਇਨਾਮ ਵੰਡੇ ਜਾਂਦੇ ਨੇ, ਫੁੱਲਾਂ ਦੀ ਵਰਖਾ ਹੁੰਦੀ ਆ, ਇਹ ਜ਼ਿਆਦਾ ਮਤਲਬ ਕਿ ਵਰਣਨ ਕੀਤਾ ਹੋਇਆ ਹੈ। ਯਾਨੀ ਇੰਪੋਰਟੈਂਟ ਲਿੰਕਸ ਇਹਦੇ ਵਿੱਚ ਮਿਸਿੰਗ ਨੇ। ਫਾਰ ਐਗਜ਼ਾਮਪਲ ਵੀ ਇਹ ਜਿਹੜਾ ਮੈਂ ਕੁਐਸਚਨ ਕੀਤਾ ਹੀ ਆ ਵੀ ਅਗਰ ਤਿੰਨਾਂ ਭਰਾਵਾਂ ਦਾ ਵਿਆਹ ਹੋਇਆ ਸੀ, ਲਕਸ਼ਮਣ ਦਾ ਵੀ ਵਿਆਹ ਹੋਇਆ ਸੀ, ਤੇ ਦੇਸ਼ ਨਿਕਾਲਾ ਲਕਸ਼ਮਣ ਨੂੰ ਮਿਲਿਆ ਨਾ, ਸੌਰੀ ਰਾਮ ਨੂੰ ਮਿਲਿਆ। ਸੀਤਾ ਚਲ ਰਾਮ ਨਾਲ ਵਿਆਹੀ ਸੀ, ਉਹ ਆ ਗਈ ਨਾਲ, ਤੇ ਲਕਸ਼ਮਣ ਵੀ ਨਾਲ ਆ ਗਿਆ। ਤੇ ਫਿਰ ਲਕਸ਼ਮਣ ਦੀ ਘਰ ਵਾਲੀ ਨੂੰ ਵੀ ਕਹਿਣਾ ਚਾਹੀਦਾ ਸੀਗਾ ਵੀ ਮੈਂ ਵੀ ਨਾਲ ਜਾਊਂਗੀ ਸਵਾਮੀ। ਤੇ ਹੁਣ ਯਾਨੀ ਇਹ ਰਾਮਚੰਦਰ ਦੀ ਵੀ ਮਾੜੀ ਗੱਲ ਹੈਗੀ ਆ ਵੀ ਜਿਹੜੀ ਸਰੂਪਨਖਾ ਨੂੰ ਪਸੰਦ ਆਇਆ ਰਾਮ, ਤੇ ਉਹ ਕਹਿੰਦਾ ਵੀ ਮੇਰੇ ਕੋਲ ਤਾਂ ਸੀਤਾ ਹੈਗੀ ਆ, ਤੂੰ ਲਕਸ਼ਮਣ ਨੂੰ ਜਾ ਕੇ ਵੇਖ। ਫੇਰ ਪੜ੍ਹ ਰਿਹਾ ਜੀ ਮੈਂ, ਉੱਥੇ ਜਾ ਕੇ ਮੇਰਾ ਛੋਟਾ ਭਰਾ ਬੈਠਾ ਹੈ, ਉਹ ਤੇਰੇ ਨੈਣਾ ਨੂੰ ਵੇਖ ਕੇ ਪ੍ਰਸੰਨ ਹੋਵੇਗਾ। ਵੇਖ, ਮੇਰੇ ਨਾਲ ਪਤਲੇ ਲੱਕ ਵਾਲੀ ਸੀਤਾ ਹੈ। ਦੱਸ, ਇਸ ਲਈ ਮੈਂ ਕਿਸ ਤਰ੍ਹਾਂ ਘਰ ਵਿੱਚ ਰੱਖ ਸਕਦਾ ਹਾਂ? ਇਸ ਲਈ ਮੈਂ ਤੈਨੂੰ ਕਿਸ ਤਰ੍ਹਾਂ ਘਰ ਵਿੱਚ ਰੱਖ ਸਕਦਾ ਹਾਂ? ਵੀ ਹੁਣ ਇਹਦੇ ਰਾਮਚੰਦਰ ਦੇ ਫਾਦਰ ਨੇ ਵੀ ਤਾਂ 3 ਰਾਣੀਆਂ ਨਾਲ ਵਿਆਹ ਕਰਾਇਆ ਸੀ, ਉਹ ਵੀ ਰੱਖ ਸਕਦਾ ਸੀਗਾ। ਜਿਸ ਸੀਤਾ ਨੇ ਮਨ ਵਿੱਚ ਮਾਤਾ ਪਿਤਾ ਦੇ ਮੋਹ ਨੂੰ ਛੱਡ ਦਿੱਤਾ ਹੈ ਅਤੇ ਮੇਰੇ ਨਾਲ ਬਣ ਵਿੱਚ ਫਿਰ ਰਹੀ ਹੈ, ਹੇ ਸੁੰਦਰੀ ਸਣ, ਉਸ ਨੂੰ ਮੈਂ ਕਿਸ ਤਰ੍ਹਾਂ ਛੱਡ ਸਕਦਾ ਹਾਂ? ਹੇ ਪਤਲੇ ਲੱਕ ਵਾਲੀਏ, ਤੂੰ ਉੱਥੇ ਜਾ ਜਿੱਥੇ ਮੇਰਾ ਭਰਾ ਬੈਠਾ ਹੈ। ਹੁਣ ਇਹਨੂੰ ਵੀ ਪਤਲਾ ਲੱਕ ਵਾਲੀ ਹੈ, ਇਹ ਵੀ ਹੈਗੀ ਹੈ, ਯਾਨੀ ਰਾਮਚੰਦਰ ਨੂੰ ਪਤਲੇ ਲੱਕ ਵਾਲੀ ਦਿਖ ਰਹੀ ਹੈ ਸਰੂਪਨਖਾ। ਇਹ ਗੱਲ ਸੁਣ ਕੇ ਇਸਤਰੀ ਚਲੋ ਉੱਧਰ ਚਲੀ ਗਈ ਜੀ, ਸਰੂਪਨਖਾ ਲਕਸ਼ਮਣ ਵਾਲੇ ਪਾਸੇ, ਜਿੱਥੇ ਰਣਧੀਰ ਜਤੀ ਲਕਸ਼ਮਣ ਬੈਠਾ ਹੋਇਆ ਸੀ। ਲਕਸ਼ਮਣ ਵੱਲੋਂ ਨਾ ਵਰਨ ਕਾਰਨ ਉਸ ਵੇਲੇ ਸਰੂਪਨਖਾ, ਸ਼ੂਰਪ ਲਿਖਿਆ ਹੋਇਆ ਨਾ, ਸ਼ੂਰਪਨਖਾ, ਸਰੂਪਨਖਾ ਕ੍ਰੋਧ ਨਾਲ ਭਰ ਗਈ। ਸਮਝ ਨਹੀਂ ਲੱਗੀ ਜੀ ਕਿਹੜੀ ਗੱਲੋਂ, ਉੱਥੇ ਤਾਂ ਹਲੇ ਪਹੁੰਚੀ ਹੋਈ ਆ। ਉਹ ਗੱਲ ਸੁਣ ਕੇ ਇਸਤਰੀ ਉੱਥੇ ਚਲੀ ਗਈ ਜਿੱਥੇ ਰਣਧੀਰ ਜਤੀ ਲਕਸ਼ਮਣ ਬੈਠਾ ਹੋਇਆ ਸੀ। ਲਕਸ਼ਮਣ ਵੱਲੋਂ ਨਾ ਵਰਨ ਕਾਰਨ ਉਸ ਵੇਲੇ ਸਰੂਪਨਖਾ ਕ੍ਰੋਧ ਨਾਲ ਭਰ ਗਈ ਅਤੇ ਲਕਸ਼ਮਣ ਕੋਲੋਂ ਨੱਕ ਕਟਵਾ ਕੇ ਘਰ ਨੂੰ ਮੁੜ ਗਈ। ਨਹੀਂ ਜੀ, ਇਹ ਜਿਹੜਾ ਹੈ ਨਾ, ਜਿਹੜੀਆਂ ਇੰਪੋਰਟੈਂਟ ਡਿਟੇਲਸ ਨੇ ਇੱਥੋਂ ਕੱਟੀਆਂ ਗਈਆਂ ਨੇ। ਜਿਹੜਾ ਵੀ ਇਹਦਾ ਰਾਈਟਰ ਆ
ਤੇ ਉਹ ਜਿਹੜੇ ਖਾਮ-ਖਾਏ ਮੈਂ ਫਿਰ ਰਿਪੀਟ ਕਰ ਰਿਹਾ ਕਿਉਂਕਿ ਉੱਥੇ ਗਈ ਮਿੰਟੋ ਮਿੰਟੀ 'ਚ ਨੱਕ ਵੱਢਤਾ ਉਹਦਾ। ਕੋਈ ਗੱਲਬਾਤ ਹੋਈ ਹੋਵੇ, ਹਲੇ ਰਾਮਚੰਦਰ ਦੇ ਨਾਲ ਫਿਰ ਵੀ ਉਹਨਾਂ ਨੇ ਦੱਸਿਆ ਵੀ ਰਾਮਚੰਦਰ ਨੇ ਅੱਗੇ ਭੇਜਤਾ ਵੀ ਉਹ ਲਕਸ਼ਮਣ ਇਕੱਲਾ ਆ, ਉਹਦੇ ਕੋਲ ਜਾ, ਤੇ ਉਹਨੇ ਹੁਣ ਸਮਝ ਤੋਂ ਬਾਹਰ ਹੈ ਜੀ। ਇੰਪੋਰਟੈਂਟ ਚੀਜ਼ਾਂ ਮਿਸਿੰਗ ਨੇ ਇਹਦੇ 'ਚ, ਤੇ ਖਾਮ-ਖਾ ਦੀਆਂ ਚੀਜ਼ਾਂ ਐਡ ਕੀਤੀਆਂ ਹੋਈਆਂ ਨੇ, ਤੇ ਲਿਖਣ ਵੇਲੇ ਲਿਖਿਆ ਗਿਆ ਸ਼ੁਰੂ ਦੇ ਵਿੱਚ ਵੀ ਅਸੀਂ ਇਹਨੂੰ ਬੜਾ ਸੰਖੇਪ ਕਰਕੇ ਲਿਖ ਰਹੇ ਹਾਂ, ਜੋ ਵੀ ਇਹਦਾ ਸ਼ਾਮ ਕਵੀ ਹੈ। ਇੱਥੇ ਸ਼੍ਰੀ ਬਚਿੱਤਰ ਨਾਟਕ ਦੀ ਰਾਮ ਅਵਤਾਰ ਕਥਾ ਵਿੱਚ ਸਰੂਪ ਨਖਾ ਦੇ ਨੱਕ ਕੱਟਣ ਦੇ ਅਧਿਆਏ ਦੀ ਸਮਾਪਤੀ। ਬਾਈ ਜੀ ਮਿੰਟੋ ਮਿੰਟੀ ਤੁਸੀਂ ਅਧਿਆਏ ਸ਼ੁਰੂ ਕਰਕੇ ਤੇ ਖ਼ਤਮ ਵੀ ਕਰਤਾ ਮਿੰਟੋ ਮਿੰਟੀ, ਤੇ ਦੱਸਿਆ ਹੈ ਹੀ ਨਹੀਂ ਵਾਰਤਾਲਾਪ ਲਕਸ਼ਮਣ ਦੇ ਵਿੱਚ ਤੇ ਸਰੂਪ ਨਖਾ 'ਚ ਹੋਇਆ ਕੀ। ਹੁਣ ਖਰ ਦੂਤਨ ਦੈਂਤ ਦੇ ਯੁੱਧ ਦਾ ਕਥਨ ਕਰ ਲੋ ਕਿ ਉਹਨੂੰ ਪੰਡਾ, ਫਿਰ ਯੁੱਧ ਸ਼ੁਰੂ ਹੋ ਗਿਆ। ਮਸੀਂ ਕੋਈ ਕਹਾਣੀ ਅੱਗੇ ਚੱਲਣ ਲੱਗੀ ਸੀ, ਫਿਰ ਯੁੱਧ ਆ ਗਿਆ ਜੀ। ਸੁੰਦਰੀ ਛੰਦ। ਸਰੂਪ ਨਖਾ ਜਦੋਂ ਰਾਵਣ ਕੋਲ ਜਾ ਕੇ ਰੋਈ ਤਦੋਂ ਦਾਨਵ ਵੰਸ਼ ਦੇ ਸਾਰੇ ਬਲੀ ਦੈਂਤ ਕ੍ਰੋਧ ਨਾਲ ਭਰ ਗਏ। ਸਫਾ 452। ਰਾਵਣ ਨੇ ਧੀਰਜ ਵਾਲੇ ਵਜ਼ੀਰ ਬੁਲਾਏ ਅਤੇ ਉਹਨਾਂ ਦੀ ਸਲਾਹ ਨਾਲ ਖਰ ਅਤੇ ਦੂਖਨ ਨਾਂ ਦੇ ਦੋਹਾਂ ਦੈਂਤਾਂ ਨੂੰ ਭੇਜ ਦਿੱਤਾ। ਸੁੰਦਰ ਬਾਹਾਂ ਵਾਲੇ ਕਠੋਰ ਸ਼ਸਤਰ ਸਜਾ ਕੇ ਚੱਲ ਪਏ। ਚਲੋ ਜੀ, ਫਿਰ ਲੜਾਈ ਝਗੜਾ ਵੱਜਦੇ ਸਨ, ਇੱਲਾਂ ਤੁਰੀਆਂ ਫਿਰਦੀਆਂ ਸਨ, ਫੌਜੀਆਂ ਦੇ ਅੰਗ ਡਿੱਗ ਡਿੱਗ ਕੇ ਲੜਾਈ, ਯੋਧਿਆਂ ਦੇ ਖਿਲਰੇ ਪਏ ਸਨ, ਉਹਨਾਂ ਨਾਲ ਵਾਜੇ ਵੱਜਦੇ ਸਨ, ਹਾਥੀ ਗੱਜਦੇ ਸਨ, ਮਾਰੋ ਮਾਰ ਦੀਆਂ 10 ਦਿਸ਼ਾਵਾਂ ਵਿੱਚ ਆਵਾਜ਼ ਹੋ ਰਹੀ ਸੀ। ਉਹ ਸਾਵਣ ਦੀਆਂ ਘਟਾਵਾਂ ਵਾਂਗ ਗੱਜਦੇ ਹੋਏ ਰਾਮਚੰਦਰ ਦੇ ਨੇੜੇ ਆ ਟੁਕੇ। ਵੱਡੇ ਧੀਰਜ ਵਾਲੇ ਯੋਧੇ ਰਣ ਵਿੱਚ ਗੱਜਦੇ ਸਨ, ਜੰਗ ਦੀ ਭੂਮੀ ਨੂੰ ਤਿਆਗਦੇ ਨਹੀਂ ਸਨ, ਜਿਨ੍ਹਾਂ ਦੇ ਨੈਣ ਲਹੂ ਦੇ ਸੋਗਰਾ ਵਾਂਗ ਸੋਭਦੇ ਸਨ, ਭਿਆਨਕ ਚੀਕਾਂ ਮਾਰਨ ਦੀ ਆਵਾਜ਼ ਕਰਦੇ ਸਨ। ਤਾਰਕਾ ਛੰਦ। ਰਣ ਵਿੱਚ ਰਾਜਕੁਮਾਰ ਰਾਮ ਤੇ ਲਛਮਣ ਵਿਚਰਨਗੇ, ਸੂਰਮਿਆਂ ਦੇ ਹੱਥ ਵਿੱਚ ਤਲਵਾਰ ਬਰਛੇ ਅਤੇ ਧਨੁਸ਼ ਨੱਚਣਗੇ। ਇਹ ਹੁਣ ਫਿਊਚਰ ਦੀ ਗੱਲ ਹੋ ਰਹੀ ਹੈ ਜੀ, ਫਿਊਚਰ ਟੈਂਸ ਹੈਗਾ ਜੀ। ਨੱਚਣਗੇ, ਗੱਜਣਗੇ। ਇਸ ਤਰ੍ਹਾਂ ਰਣ ਭੂਮੀ ਵਿੱਚ ਰਾਮ ਸ਼ੋਭਾ ਪਾਉਣਗੇ। ਡਿਸਾਈਡ ਪਹਿਲਾਂ ਹੀ ਹੋ ਗਿਆ ਵੀ ਰਾਮ ਨੇ ਜਿੱਤਣਾ ਹੈ ਰਣ ਭੂਮੀ ਦੇ ਵਿੱਚ। ਵੱਧ ਤੋਂ ਵੱਧ ਤੀਰ ਚਲਾਉਣਗੇ, ਰਣ ਭੂਮੀ ਵਿੱਚ ਨਿਡਰ ਹੋ ਕੇ ਫਿਰਨਗੇ। ਤੀਰ ਤਰਸ਼ੂਲ ਅਤੇ ਖੜਗ ਚੱਲਣਗੇ। ਦਿੱਤੀ ਦੇ ਪੁੱਤਰ ਦੈਂਤ ਧਰਤੀ ਉੱਤੇ ਲੇਟਣਗੇ। ਸ਼ੰਕਾ ਤੋਂ ਆਕਾਸ਼ਿਤ ਹੋ ਕੇ ਤੀਰ ਚਲਾਉਣਗੇ। ਸ਼ੰਕਾ ਤੋਂ ਆਸ਼ੰਕਿਤ ਹੋ ਕੇ, ਯਾਨੀ ਜਿਹਨੂੰ ਸ਼ੰਕਾ ਸੀਗਾ ਉਹਦੀ ਸਾਰੀ ਸ਼ੰਕਾ ਨਿਕਲ ਗਈ ਜਦੋਂ ਆਸ਼ੰਕਿਤ ਹੋ ਗਿਆ, ਤੇ ਫਿਰ ਉਹਨਾਂ ਨੇ ਤੀਰ ਚਲਾਉਣੇ ਨੇ। ਅਤੇ ਡਰ ਤੋਂ ਬਿਨਾਂ ਹੋ ਕੇ ਭਿਆਨਕ ਦਲ ਨੂੰ ਸਾੜ ਦੇਣਗੇ। ਡਰ ਤੋਂ ਰਹਿਤ ਹੋ ਕੇ ਭਿਆਨਕ ਦਲ ਨੂੰ ਸਾੜ ਦੇਣਗੇ। ਧਰਤੀ ਉੱਤੇ ਲੋਥ ਖਿਲਾਰ ਦੇਣਗੇ ਅਤੇ ਮੁੱਢ ਸਮੇਤ ਰੁੱਖ ਨੂੰ ਪੁੱਟ ਦੇਣਗੇ। ਨਵੇਂ ਨਾਦ ਅਤੇ ਨਫੀਰੀਆਂ ਵੱਜਣ ਲੱਗ ਪਈਆਂ। ਚਲੋ ਜੀ, ਫੇਰ ਬਾਜੇ ਵੱਜਣ ਲੱਗ ਪਏ। ਯਾਰ ਮੇਰਾ ਯਾਨੀ ਧੰਨਿਆ ਵੀ ਲਿਖਣ ਵਾਲਾ ਜਿਹਨੇ ਲਿਖਿਆ, ਅਤੇ ਧੰਨਿਆ ਨੂੰ ਮੱਥਾ ਟੇਕਣ ਵਾਲੇ। ਸਿੰਘ ਨਾਦ ਕਰਕੇ ਹੱਠੀ ਯੋਧੇ ਰਣ ਭੂਮੀ ਵਿੱਚ ਫਿਰਨ ਲੱਗ ਗਏ। ਚਲੋ ਜੀ, ਪ੍ਰੈਜ਼ੈਂਟ ਟੈਂਸ ਦੇ ਵਿੱਚ ਫੇਰ ਆ ਗਿਆ ਹੁਣ ਕੰਮ। ਜਿਸ ਨੂੰ ਤੀਰ ਲਗਾਉਂਦੇ ਹਨ, ਕਵਚ ਨੂੰ ਭੰਨ ਕੇ ਦੂਜੇ ਪਾਸੇ ਕੱਢ ਦਿੰਦੇ ਸਨ। ਕਵਚ ਨੂੰ ਭੰਨ ਕੇ ਦੂਜੇ ਪਾਸੇ ਵੱਲ ਕੱਢ ਦਿੰਦੇ ਸਨ। ਮਾਨੋ ਤੀਰਾਂ ਨੇ ਤੱਛਕ ਦੇ ਬੱਚਿਆਂ ਦਾ ਰੂਪ ਧਾਰਨ ਕਰ ਰੱਖਿਆ ਹੋਵੇ। ਬੜੇ ਨਿਡਰ ਹੋ ਕੇ ਤਲਵਾਰਾਂ ਚਲਾਉਂਦੇ ਹਨ। ਯੁੱਧ ਵਿੱਚ ਸੂਰਮੇ ਨੂੰ ਸੂਰਮਾ ਲਲਕਾਰਦਾ ਹੈ। ਪੱਥਰ 'ਤੇ ਘਿਸਾ ਕੇ ਤਿੱਖੇ ਕੀਤੇ ਹੋਏ ਜਾਂ ਚਿੱਟੇ ਕੀਤੇ ਹੋਏ ਤੀਰ ਛੱਡਦਾ ਹੈ ਅਤੇ ਦਿਲ ਵਿੱਚ ਗੁੱਸੇ ਦੇ ਜ਼ਹਿਰ ਨੂੰ ਘੋਲਦੇ ਹਨ। ਰਣਧੀਰ ਯੋਧੇ ਯੁੱਧ ਵਿੱਚ ਲੜਦੇ ਹਨ। ਦੰਦ ਪੀਂਦੇ ਹੋਏ ਚੰਗੀ ਤਰ੍ਹਾਂ ਜੂਝਦੇ ਹਨ। ਦੇਵਤੇ ਤੇ ਦੈਂਤ ਯੁੱਧ ਨੂੰ ਵੇਖਦੇ ਹਨ। ਇਹ ਦਰਸ਼ਕ ਵੀ ਹੈਗੇ ਨੇ, ਜਾਣੀ ਮੀਨਜ਼ ਦੇਵਤੇ ਅਤੇ ਦੈਂਤ ਇਕੱਠੇ ਹੀ ਦੇਖਦੇ ਨੇ ਫਿਰ ਦੋਵੇਂ ਪਾਸਿਓਂ। ਜੈ ਜੈ ਸਦ ਇੱਕਸਾਰ ਬੋਲਦੇ ਹਨ। ਵੱਡੀਆਂ ਗਿਰਜਾਂ ਦੇ ਝੁੰਡ ਆ ਗਈਆਂ ਜੀ, ਇੱਲਾਂ ਆ ਗਈਆਂ। ਡਾਕਣੀਆਂ ਪਤਾ ਨਹੀਂ ਹੁਣ ਕੀ ਹੁੰਦੀਆਂ ਨੇ। ਉੱਚੀ ਆਵਾਜ਼ ਨਾਲ ਕਿਲਕਾਰੀਆਂ ਮਾਰਦੀਆਂ ਹਨ ਡਾਕਣੀਆਂ। ਭਰਮ ਨੂੰ ਛੱਡ ਕੇ ਧਰਤੀ ਉੱਤੇ ਭੂਤ ਵੀ ਪੁਕਾਰ ਰਹੇ ਹਨ। ਦੋਵੇਂ ਭਾਈ ਰਾਮ ਤੇ ਲਛਮਣ ਰਣ ਭੂਮੀ ਵਿੱਚ ਮੌਜ ਨਾਲ ਫਿਰ ਰਹੇ ਹਨ। ਰਾਮਚੰਦਰ ਨੇ ਖਰ ਤੇ ਦੁੱਖਣ ਨੂੰ ਮਾਰ ਕੇ ਮੌਤ ਰੂਪੀ ਨਦੀ ਵਿੱਚ ਰੋੜ ਦਿੱਤਾ। ਜੈ ਦੇ ਬੇਹੱਦ ਸ਼ਬਦ ਇਕਸਾਰ ਹੋਏ। ਜੈ ਦੇ ਦੇਵਤਿਆਂ ਨੇ ਫੁੱਲਾਂ ਦਾ ਮੀਂਹ ਵਰਸਾਇਆ। ਰਣ ਵਿੱਚ ਧੀਰਜ ਵਾਲੇ ਤੇ ਧੀਰਜ ਤੋਂ ਰਹਿਤ ਦੋਵੇਂ ਪਰਖੇ ਗਏ। ਇੱਥੇ ਸ਼੍ਰੀ ਬਚਿੱਤਰ ਨਾਟਕ ਦੇ ਰਾਮਚੰਦਰ ਦੀ ਕਥਾ ਵਿਚਲੇ ਖਰ ਦੂਖਣ ਦੈਂਤ ਵੱਧ ਅਧਿਆਏ ਦੀ ਸਮਾਪਤੀ। ਹੁਣ ਸੀਤਾ ਦੇ ਹਰਨ ਦਾ ਕਥਨ। ਹੁਣ ਸੀਤਾ ਦਾ ਹਰਨ ਹੁੰਦਾ ਜੀ ਸ਼ੁਰੂ। ਮਨੋਹਰ ਛੰਦ। ਨੀਚ ਰਾਵਣ ਮਰੀਚ ਦੇ ਘਰ ਗਿਆ। ਮਰੀਚ ਮੇਰਾ ਖਿਆਲ ਕੋਈ ਦੈਂਤ ਸੀਗਾ, ਰਾਖਸ਼। ਨੀਚ ਰਾਵਣ ਮਰੀਚ ਦੇ ਘਰ ਗਿਆ ਅਤੇ ਉਸ ਨੂੰ ਭਰਾਵਾਂ ਦੇ ਮਰਨ ਦਾ ਹਾਲ ਸੁਣਾਇਆ। ਅੱਛਾ, ਰਾਵਣ ਦੇ ਭਰਾ ਮਾਰਤੇ ਜਾਂ ਉਹਦੇ ਭਰਾਵਾਂ ਦੇ ਮਰਨ ਦਾ
ਹਾਲ ਸੁਣਾਇਆ। ਪਤਾ ਨਹੀਂ ਕਿਹਦੇ ਭਰਾ ਦਾ ਜੀ। ਰਾਵਣ ਦੇ ਭਰਾ ਤਾਂ ਨਹੀਂ ਹਲੇ ਮਰੇ, ਮੀਨਸ ਮਰੀਚ ਦੇ ਭਰਾ ਭਰੂ ਪਹਿਲਾਂ ਕਿਤੇ ਮਰੇ ਹੋਣੇ ਨੇ। ਹੁਣ ਨਾ ਬਾਈ ਜੀ ਮੇਰੀ ਵੀ, ਮੈਂ ਤੁਹਾਨੂੰ ਐਵੇਂ ਕਹਾਂ ਟੱਡਰੀਆਂ ਵਾਲੇ ਮੰਗਣ ਇਹੋ ਜਿਹੇ ਯਾਦਾਸ਼ਤ ਮੇਰੀ ਬਹੁਤ ਢਿੱਲੀ ਆ, ਜਾਂ ਤਾਂ ਮੈਂ ਲਿਖ ਕੇ ਰੱਖ ਲਵਾਂ ਵੀ ਮਰੀਚ ਦੇ ਜਿਹੜੇ ਭਰਾ ਭਰੂ ਸੀਗੇ ਅੱਗੇ 2 ਮਰੀਚ ਤੇ ਇੱਕ ਹੋਰ ਸੀਗਾ। 20 ਹੱਥਾਂ ਵਿੱਚ ਰਾਵਣ ਨੇ ਹਥਿਆਰ ਫੜੇ ਹੋਏ ਸਨ, ਪਰ ਗੁੱਸੇ ਵਿੱਚ ਮਨ ਨੂੰ ਮਾਰ ਕੇ 10 ਸਿਰ ਧੁਣਦਾ ਹੈ ਅਤੇ ਕਹਿੰਦਾ ਹੈ। ਨੈਕਸਟ 454 ਨੰਬਰ ਪੇਜ। ਜਿਸ ਨੇ ਸਰੂਪਨਖਾ ਦਾ ਨਾ ਕੱਟਿਆ ਹੈ ਉਸ ਨੂੰ ਦੁੱਖ ਤੇ ਕਲੰਕ ਲਗਾਉਣਾ ਚਾਹੀਦਾ ਹੈ। ਮੈਂ ਜੋਗੀ ਦਾ ਰੂਪ ਧਾਰਨ ਕਰ ਪਲ ਵਿੱਚ ਉਸ ਦੀ ਇਸਤਰੀ ਨੂੰ ਛੱਲ ਕੇ ਧਰ ਲਿਆਵਾਂਗਾ। ਮਰੀਚ ਨੇ ਕਿਹਾ, ਮਨੋਹਰ ਛੰਦ। ਹੇ ਨਾਥ, ਤੁਸੀਂ ਵੱਡੀ ਕਿਰਪਾ ਕਰਕੇ ਮੇਰੇ ਘਰ ਆਏ ਹੋ। ਇਸ ਤਰ੍ਹਾਂ ਤੁਸੀਂ ਮੈਂ ਅਨਾਥ ਨੂੰ ਸਨਾਥ ਕੀਤਾ ਹੈ। ਹੇ ਪ੍ਰਭੂ, ਮੇਰਾ ਘਰ ਬਾਰ ਭਵਨ ਖਜ਼ਾਨਾ ਅਤੇ ਬਿਖੜੀਆਂ ਉਜਾੜ ਸਭ ਸੁਹਾਵਣਾ ਹੋ ਗਿਆ ਹੈ। ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਹੇ ਮਹਾਰਾਜ, ਸੁਣ ਕੇ ਬੁਰਾ ਨਾ ਮਨਾਉਣਾ। ਸ਼੍ਰੀ ਰਾਮ ਚੰਦਰ ਸੱਚਮੁੱਚ ਅਵਤਾਰ ਹਨ। ਉਹਨਾਂ ਨੂੰ ਤੁਸੀਂ ਮਨੁੱਖ ਕਰਕੇ ਨਾ ਸਮਝੋ। ਮਰੀਚ ਦੀ ਇਹ ਗੱਲ ਸੁਣ ਕੇ, ਕਿਉਂਕਿ ਉਹਨਾਂ ਦਾ ਵਾਹ ਪਿਆ ਹੈ ਮਰੀਚ ਦਾ ਪਹਿਲਾਂ 2 ਹੱਥ ਹੋਏ ਨੇ। ਸੌਰੀ ਦੋਸਤੋ, ਪਾਣੀ ਦੀ ਘੁੱਟ ਭਰੀ ਹੈ ਜੀ। ਥੋੜ੍ਹੀ ਜਿਹੀ ਕਹਾਣੀ ਇੰਟਰਸਟਿੰਗ ਹੋਵੇ ਨਾ, ਜਦੋਂ ਆ ਫਿਰ ਲੜਾਈ ਝਗੜੇ ਦਾ ਮਾਹੌਲ ਜਿਹਾ ਬਣ ਜਾਂਦਾ ਹੈ, ਇਹ ਯਾਨੀ ਇੰਟਰਸਟ ਜਿਹਾ ਸਾਰਾ ਖਰਾਬ ਹੋ ਜਾਂਦਾ ਹੈ। ਪਰ ਆਹ ਹੁਣ ਵਧੀਆ ਲੱਗ ਰਿਹਾ ਵੀ ਮਰੀਚ ਦੇ ਕੋਲ ਗਏ ਆਪਣੇ ਰਾਵਣ, ਅਤੇ ਉਹ ਕਹਿੰਦੇ ਵੀ ਨਾ ਪੰਗਾ ਲੈ, ਉਹ ਇਨਸਾਨ ਨਹੀਂ ਗਾ, ਉਹ ਅਵਤਾਰ ਹੈਗੇ ਨੇ ਸ਼੍ਰੀ ਰਾਮ ਚੰਦਰ। ਮਰੀਚ ਦੀ ਗੱਲ ਸੁਣ ਕੇ ਰਾਵਣ ਕ੍ਰੋਧ ਨਾਲ ਭਰ ਗਿਆ। ਉਸਦੇ ਸਾਰੇ ਅੰਗ ਸੜਨ ਲੱਗੇ, ਮੂੰਹ ਲਾਲ ਕਰ ਲਿਆ ਅਤੇ ਦੋਹਾਂ ਅੱਖਾਂ ਨਾਲ ਘੂਰਨ ਲੱਗਾ। ਇਹ ਮੂਰਖ, ਤੇਰੇ ਬੋਲ ਮੇਰੇ ਮਨ ਨਹੀਂ ਲੱਗੇ। ਦੋਹਾਂ ਮਨੁੱਖਾਂ ਨੂੰ ਅਵਤਾਰ ਗਿਣਦਾ ਹੈ। ਮਾਤਾ ਦੀ ਇੱਕ ਗੱਲ ਕਹਿਣ ਨਾਲ ਉਸ ਨੇ ਪਿਓ ਨੇ ਤਿਆਗ ਦਿੱਤਾ ਅਤੇ ਘਿਰਣਾ ਕਰਕੇ ਬਨਵਾਸ ਲਈ ਘਰੋਂ ਕੱਢ ਦਿੱਤਾ। ਮਾਤਾ ਦੀ ਇੱਕ ਗੱਲ ਕਹਿਣ ਨਾਲ ਉਸ ਨੂੰ ਪਿਓ ਨੇ ਤਿਆਗ ਦਿੱਤਾ ਅਤੇ ਘਿਰਣਾ ਕਰਕੇ ਬਨਵਾਸ ਲਈ ਘਰੋਂ ਕੱਢ ਦਿੱਤਾ। ਇਸ ਤਰ੍ਹਾਂ ਦੇ ਉਹ ਦੋਵੇਂ ਦੀਨ ਅਧੀਨ ਜੋਗੀ ਕਿਸ ਤਰ੍ਹਾਂ ਮੇਰੇ ਨਾਲ ਆ ਕੇ ਲੜ ਸਕਦੇ ਹਨ? ਵੀ ਉਹ ਘਰੋਂ ਕੱਢਤੇ ਉਹਨਾਂ ਨੇ, ਨਾ ਉਹਨਾਂ ਕੋਲ ਕੋਈ ਸੈਨਾ, ਨਾ ਕੋਈ ਹਥਿਆਰ, ਨਾ ਰੱਥ, ਤੇ ਉਹ ਕਿਵੇਂ ਲੜ ਸਕਦੇ ਨੇ? ਹੇ ਮੂਰਖ, ਤੂੰ ਕਹਿ ਜੋ ਉੱਥੇ ਨਹੀਂ ਜਾਂਦਾ ਤਾਂ ਹੁਣੇ ਹੀ ਤੇਰੀਆਂ ਜਟਾਵਾਂ ਦਾ ਜੂੜਾ ਪੁੱਟਦਾ ਹਾਂ। ਹੇ ਮੂਰਖ, ਤੂੰ ਕਹਿ ਜੋ ਉੱਥੇ ਨਹੀਂ ਜਾਂਦਾ ਤਾਂ ਹੁਣੇ ਹੀ ਤੇਰੀਆਂ ਜਟਾਵਾਂ ਦਾ ਜੂੜਾ ਪੁੱਟਦਾ ਹਾਂ। ਸੋਨੇ ਦੇ ਕਿਲੇ ਉੱਪਰੋਂ ਤੈਨੂੰ ਸੁੱਟ ਕੇ ਸਮੁੰਦਰ 'ਚ ਡਬੋਂਦਾ ਹਾਂ। ਉਹ ਫਿਰ ਧਮਕੀ ਦੇ ਰਿਹਾ ਜੀ ਰਾਵਣ ਉਹਨੂੰ, ਵੀ ਜੇ ਤੂੰ ਨਹੀਂ ਜਾਂਦਾ ਮੇਰੇ ਨਾਲ ਤੇ ਮੈਂ ਤੇਰੀਆਂ ਜਟਾਵਾਂ ਪੁੱਟ ਦੇਣੀਆਂ ਨੇ, ਤੇ ਜਿਹੜੀ ਸੋਨੇ ਦਾ ਕਿਲਾ ਉੱਥੇ ਲੰਕਾ ਕਹਿੰਦੇ ਸੋਨੇ ਦੀ ਸੀਗੀ, ਤੇ ਉਹ 'ਚ ਤੈਨੂੰ ਸਮੁੰਦਰ 'ਚ ਸੁੱਟ ਦੇਣਾ। ਬੱਚਿਆਂ ਵਾਲੀਆਂ ਗੱਲਾਂ ਨੇ ਬਾਈ ਜੀ, ਬੱਚਿਆਂ ਵਾਲੀਆਂ ਗ੍ਰੰਥ ਦੇ ਵਿੱਚ। ਇਹ ਸੁਣਦੇ ਮਰੀਚ ਚਿੱਤ ਵਿੱਚ ਤਾਂ ਖਿੱਚ ਗਿਆ, ਪਰ ਵੱਸ ਵਿੱਚ ਕੁਝ ਨਾ ਹੋਣ ਕਾਰਨ ਵਕਤ ਦੀ ਨਿਜਾਗਤ ਨੂੰ ਸਮਝਦਾ ਹੋਇਆ ਮੁਨੀ ਗੁੱਸੇ ਨਾਲ ਭਰਿਆ ਤੁਰ ਪਿਆ ਜੀ। ਗੁੱਸਾ ਉਹਨੂੰ ਆਇਆ, ਖਿੱਚ ਵੀ ਆਈ, ਪਰ ਉਹ ਤੁਰ ਪਿਆ, ਉਹਦਾ ਵੱਸ ਨਹੀਂ ਸੀ ਰਾਵਣ ਤੇ। ਉਸਨੇ ਸਮਝ ਲਿਆ ਕਿ ਰਾਵਣ ਹੱਥੋਂ ਪ੍ਰਾਪਤ ਕੀਤੀ ਮੌਤ ਨੀਚ ਗਤੀ ਦੇਵੇਗੀ ਅਤੇ ਰਾਮ ਚੰਦਰ ਹੱਥੋਂ ਮਿਲੀ ਮੌਤ ਸਵਰਗ। ਲਓ, ਆਹ ਇੱਕ ਨਵਾਂ ਫੰਡਾਇਆ। ਜਿਹੜਾ ਰਾਵਣ ਹੱਥੋਂ ਮਰੂਗਾ ਉਹ ਜਾਊਗਾ ਆਪਣੇ ਉਹਦੇ 'ਚ ਨੀਚ ਗਤੀ ਦੇਵੇਗੀ, ਮੀਨਸ ਉਹ ਜਾਊਗਾ ਤੁਹਾਡੇ ਕੀ ਉਹਨੂੰ ਕਹਾਂਗੇ ਯਾਰ, ਨਰਕ ਦੇ ਵਿੱਚ। ਤੇ ਰਾਮ ਹੱਥੋਂ ਮਿਲੀ ਮੌਤ ਸਵਰਗਪੁਰੀ ਵਿੱਚ ਮਾਣ ਵਧਾਏਗੀ। ਤੇ ਇਹ ਤਾਂ ਬਹੁਤ ਮਾੜੀ ਗੱਲ ਹੈ ਵੀ ਹੁਣ ਜਦੋਂ ਲੜਾਈ ਹੋਣੀ ਆ, ਜਿਹੜੇ ਰਾਮ ਵੱਲੋਂ ਬੰਦੇ ਮਾਰੇ ਜਾਣੇ ਨੇ, ਰਾਮ ਚੰਦਰ ਵਾਲੀ ਸਾਈਡ ਦੇ ਜਿਹੜੇ ਮਰਨੇ ਨੇ ਬੰਦੇ, ਉਹ ਜਾਣੇ ਨੇ ਸਾਰੇ ਨਰਕ 'ਚ, ਤੇ ਜਿਹੜੀ ਰਾਵਣ ਦੀ ਸੈਨਾ ਮਰਨੀ ਆ ਰਾਮ ਚੰਦਰ ਉਹਨਾਂ ਦੇ ਹੱਥੋਂ, ਉਹ ਜਾਣੀ ਆ ਸਾਰੀ ਸਵਰਗ ਦੇ ਵਿੱਚ। ਇਹ ਯਾਨੀ ਬਹੁਤ ਵੱਡਾ ਵਿਤਕਰਾ ਜੀ। ਇਹ ਫਲ ਸਰੂਪ ਮਰੀਚ ਸੋਨੇ ਦਾ ਹਿਰਨ ਬਣਾ ਕੇ ਜਿੱਥੇ ਬਲਵਾਨ ਰਾਮ ਬੈਠੇ ਸਨ ਉੱਥੇ ਚਲਾ ਗਿਆ। ਸੋਨੇ ਦਾ ਹਿਰਨ ਬਣਾ ਕੇ ਉੱਥੇ ਪਹੁੰਚ ਗਿਆ। ਉਧਰੋਂ ਰਾਵਣ ਜੋਗੀ ਹੋ ਕੇ ਸੀਤਾ ਨੂੰ ਲੈਣ ਤੁਰ ਪਿਆ, ਤੇ ਮਾਨੋ ਮੌਤ ਨੇ ਪ੍ਰੇਰ ਕੇ ਤੋਰਿਆ ਹੋਵੇ। ਉਹ ਜਾਣੀ ਸੋਨੇ ਦਾ ਹਿਰਨ ਬਣ ਕੇ ਰਾਮ ਅੱਗੇ ਆ ਗਿਆ। ਰਾਮ ਨੇ ਉਹਦਾ ਹੁਣ ਕਰਨਾ ਹੋਣਾ ਸ਼ਿਕਾਰ ਉਹਦੇ ਮਗਰ ਮਗਰ, ਤੇ ਇੱਧਰੋਂ ਜਿਹੜਾ ਰਾਵਣ ਆ ਉਹ ਪਹੁੰਚ ਗਿਆ ਸੀਤਾ ਕੋਲ ਸਾਧੂ ਬਣ ਕੇ। ਉਸ ਹਿਰਨ ਦੀ ਸੁੰਦਰਤਾ ਨੂੰ ਵੇਖ ਕੇ ਸੀਤਾ ਮੋਹਿਤ ਹੋਈ ਅਤੇ ਪਤੀ ਕੋਲ ਕਹਿਣ ਲੱਗੀ, ਹੇ ਦੈਂਤ ਨੂੰ ਮਾਰਨ ਵਾਲੇ, ਹੇ ਮੁਕਤੀ ਦਾਤੇ, ਹੇ ਅਯੁੱਧਿਆ ਦਾ ਸਵਾਮੀ, ਮੇਰੀ ਬੇਨਤੀ ਸੁਣੋ ਅਤੇ ਮੈਨੂੰ ਉਹ ਹਿਰਨ ਲਿਆ ਦਿਓ। ਅੱਛਾ, ਉਹ ਜਿਹੜਾ ਹਿਰਨ ਸੀ ਸੋਨੇ ਦਾ, ਉਹਨੇ ਕਿਹੜਾ ਸੀਗਾ ਯਾਰ, ਮਰੀਚ ਜਿਹੜਾ ਬਣਿਆ ਸੀਗਾ ਦੈਂਤ, ਸੋਨੇ ਵਾਲਾ ਹਿਰਨ ਬਣਿਆ ਸੀਗਾ ਜਿਹੜਾ ਦੈਂਤ, ਉਹ ਸੀਤਾ ਦੇ ਅੱਗੇ ਗੁਜ਼ਰਿਆ ਅੱਖਾਂ ਦੇ ਅੱਗੇ। ਸੀਤਾ ਕਹਿੰਦੀ ਮੈਨੂੰ ਪਤੀ ਦੇਵ ਲਿਆ ਕੇ ਦਿਓ। ਇਹ ਸੀਤਾ, ਸੋਨੇ ਦਾ ਹਿਰਨ ਅਸੀਂ ਕਦੀ ਵੀ ਕੰਨੀ ਨਹੀਂ ਸੁਣਿਆ ਤੇ ਨਾ ਹੀ ਵਿਧਾਤਾ ਨੇ ਬਣਾਇਆ ਹੈ।
ਵੀ ਵਿਸਵੇ ਇਹ ਕਿਸੇ ਦੈਂਤ ਦਾ ਛਲਾਵਾ ਹੈ ਕਿ ਜਿਸ ਨੇ ਜੰਗਲ ਵਿੱਚ ਤੈਨੂੰ ਭੁਲੇਖੇ ਵਿੱਚ ਪਾ ਦਿੱਤਾ ਹੈ। ਅੱਛਾ ਨਹੀਂ, ਵਾਪਸ ਚੱਲੀਏ ਜੀ। ਉਹ ਕਹਿੰਦੀ ਹੈ ਵੀ ਮੈਨੂੰ ਸੀਤਾ ਕਹਿ ਰਹੀ ਆ ਵੀ ਮੈਨੂੰ ਉਹ ਜਿਹੜਾ ਹੈਗਾ ਇਹੋ ਜਿਹਾ ਹਿਰਨ, ਵੀ ਉਹ ਮੈਨੂੰ ਹਿਰਨ ਲਿਆ ਕੇ ਦਿਓ। ਰਾਮ ਚੰਦਰ ਉਹਨਾਂ ਨੇ ਕਿਹਾ ਵੀ ਹੇ ਸੀਤਾ, ਸੋਨੇ ਦਾ ਹਿਰਨ ਅਸੀਂ ਕਦੀ ਕੰਨੀ ਵੀ ਨਹੀਂ ਸੁਣਿਆ ਅਤੇ ਨਾ ਹੀ ਵਿਧਾਤਾ ਨੇ ਬਣਾਇਆ ਹੈ। ਵੀ ਵਿਸਵੇ ਇਹ ਕਿਸੇ ਦੈਨ ਦਾ ਛਲਾਵਾ ਹੈ ਜਿਸ ਨੇ ਜੰਗਲ ਵਿੱਚ ਤੈਨੂੰ ਭੁਲੇਖੇ ਵਿੱਚ ਪਾ ਦਿੱਤਾ ਹੈ। ਰਾਮ ਚੰਦਰ ਨੂੰ ਆਈਡੀਆ ਹੋ ਗਿਆ, ਕਿਉਂਕਿ ਅਵਤਾਰ ਨੇ ਜੀ ਉਹ, ਰਾਮ ਅਵਤਾਰ, ਅਤੇ ਮੀਨਸ ਪਾਵਰਾਂ ਨੇ ਉਹਨਾਂ ਕੋਲ ਇਹ ਸਾਰਾ ਮਹਿਸੂਸ ਕਰਨ ਦੀਆਂ। ਪਰ ਪਿਆਰੀ ਸੀਤਾ ਨੂੰ ਬਹੁਤ ਅਤੂਰ ਵੇਖ ਕੇ ਰਾਮਚੰਦਰ ਦੀ ਆਗਿਆ ਨੂੰ ਮੋੜ ਨਾ ਸਕੇ, ਅਤੇ ਰਾਮਚੰਦਰ ਉਸ ਦੀ ਆਗਿਆ ਨੂੰ ਮੋੜ ਨਾ ਸਕੇ, ਯਾਨੀ ਉਹਨੂੰ ਕਹਿਣਾ ਮੰਨਣਾ ਪਿਆ ਜੀ ਸੀਤਾ ਦਾ। ਝੱਟ ਹੀ ਲੱਕ ਨਾਲ ਪੱਥਾ ਬੰਨ੍ਹ ਕੇ ਤੁਰ ਪੈ ਅਤੇ ਲਕਸ਼ਮਣ ਨੂੰ ਕਿਹਾ ਕਿ ਇੱਥੋਂ ਦੀ ਰਖਵਾਲੀ ਕਰਨਾ। ਜਿਹੜਾ ਮਰੀਚ ਦੈਂਤ ਆ ਕਰੋੜਾਂ ਓਟਾਂ ਲੈਂਦਾ ਥੱਕ ਗਿਆ, ਪਰ ਅੰਤ ਨੂੰ ਸ਼੍ਰੀ ਰਾਮ ਨੇ ਉਸ ਨੂੰ ਮਾਰ ਲਿਆ। ਡਿੱਗਦਾ ਹੋਇਆ ਮਰੀਚ ਕਹਿਣ ਲੱਗਾ, ਹੇ ਛੋਟੇ ਭਾਈ ਲਕਸ਼ਮਣ। ਡਿੱਗਦਾ ਹੋਇਆ ਮਰੀਚ ਕਹਿਣ ਲੱਗਾ, ਹੇ ਛੋਟੇ ਭਾਈ ਲਕਸ਼ਮਣ, ਮੈਨੂੰ ਆ ਕੇ ਬਚਾ ਲੈ। ਇਸ ਤਰ੍ਹਾਂ ਰਾਮ ਦਾ ਨਾਂ ਲੈ ਕੇ ਪੁਕਾਰਨ ਲੱਗ ਪਿਆ। ਫਿਰ ਰਾਮ ਦਾ ਨਾਮ ਲੈ ਕੇ ਪੁਕਾਰਨ ਲੱਗ ਪਿਆ। ਮਰੀਚ ਦੇ ਇਸ ਕਬੋਲ ਨੂੰ ਸੀਤਾ ਨੇ ਸੁਣਿਆ ਤਾਂ ਇਸ ਬੋਲ ਨੂੰ ਰਾਮ ਦਾ ਬੋਲ ਸਮਝ ਕੇ ਉਸਨੇ ਉੱਧਰ ਵੱਲ ਲਕਸ਼ਮਣ ਨੂੰ ਭੇਜਿਆ। ਸਮਝ ਨਹੀਂ ਲੱਗੀ ਜੀ, ਕੋਈ ਮੈਸੇਜ ਪਾਸ ਔਨ ਹੋਇਆ ਆ। ਤੁਸੀਂ ਪੜ੍ਹ ਵੀ ਸਕਦੇ ਹੋ ਜੀ, ਯਾਨੀ ਮੈਂ ਮੈਂਟਲੀ ਤੌਰ 'ਤੇ ਨਾ ਥੱਕ ਜਾ ਹੀ ਗਿਆ ਇਹਨਾਂ ਨੂੰ ਸੁਣਦੇ ਪੜ੍ਹਦੇ ਇਹਨੂੰ। ਦੈਂਤ ਮਰੀਚ ਕਰੋੜਾਂ ਓਟਾਂ ਲੈਂਦਾ ਥੱਕ ਗਿਆ, ਪਰ ਅੰਤ ਨੂੰ ਸ਼੍ਰੀ ਰਾਮ ਨੇ ਉਸ ਨੂੰ ਮਾਰ ਲਿਆ। ਰਾਮ ਨੇ ਮਰੀਚ ਨੂੰ ਮਾਰਤਾ। ਡਿੱਗਦਾ ਹੋਇਆ ਮਰੀਚ ਕਹਿੰਦਾ, ਹੇ ਛੋਟੇ ਭਾਈ ਲਕਸ਼ਮਣ, ਮੈਨੂੰ ਆ ਕੇ ਬਚਾ ਲੈ। ਇਸ ਤਰ੍ਹਾਂ ਫਿਰ ਰਾਮ ਦਾ ਨਾਮ ਲੈ ਕੇ ਪੁਕਾਰਨ ਲੱਗ ਪਿਆ। ਅੱਛਾ, ਉਹ ਮਰੀਚ ਨੇ ਜਾਣੀ ਰਾਮ ਦੀ ਆਵਾਜ਼ ਕੱਢੀ ਮਰਨ ਵੇਲੇ, ਡਿੱਗਣ ਵੇਲੇ, ਜਾਣੀ ਉਹ ਰਾਮ ਨੇ ਮਰੀਚ ਨੂੰ ਕਾਬੂ ਕਰ ਲਿਆ। ਮਰੀਚ ਸੀਗਾ ਆਪਣੇ ਸੋਨੇ ਦਾ ਹਿਰਨ, ਅਤੇ ਉਹਨੇ ਰਾਮ ਦੀ ਆਵਾਜ਼ ਕੱਢੀ ਅਤੇ ਲਕਸ਼ਮਣ ਨੂੰ ਕਿਹਾ ਮੈਨੂੰ ਆ ਕੇ ਬਚਾ ਲਿਆ। ਹੁਣ ਸਮਝ ਲੱਗਦੀ ਹੈ ਜੀ। ਮਰੀਚ ਦੇ ਇਸ ਕਬੋਲ ਨੂੰ ਸੀਤਾ ਨੇ ਸੁਣਿਆ ਤਾਂ ਇਸ ਬੋਲ ਨੂੰ ਰਾਮ ਦਾ ਬੋਲ ਸਮਝ ਕੇ ਉਸ ਨੇ ਉੱਧਰ ਵੱਲ ਲਕਸ਼ਮਣ ਨੂੰ ਭੇਜਿਆ ਵੀ ਰਾਮ ਨੂੰ ਖਤਰਾ ਆਇਆ ਅਤੇ ਲਕਸ਼ਮਣ ਤੁਸੀਂ ਜਾਓ ਦਿਓਰ ਸਾਹਿਬ। ਮਹਾਬਲੀ ਲਕਸ਼ਮਣ ਸੀਤਾ ਦੀ ਕੁਟੀਆ ਦੇ ਦੁਆਲੇ ਕਮਾਨ ਨਾਲ ਲਕੀਰ ਖਿੱਚ ਕੇ ਚਲਾ ਗਿਆ। ਇੰਨੇ ਨੂੰ ਇੱਧਰ ਜੋਗੀ ਦਾ ਰੂਪ ਧਾਰੀ ਰਾਵਣ ਆ ਗਿਆ ਜੀ। ਭੇਖ ਦੇ ਮੁਤਾਬਿਕ ਅਲੱਖ ਉਚਾਰਦਾ ਹੋਇਆ ਰਾਵਣ ਸੀਤਾ ਕੋਲ ਇਸ ਤਰ੍ਹਾਂ ਚਲਾ ਗਿਆ ਜਿਸ ਤਰ੍ਹਾਂ ਵੱਡੇ ਧਨੀ ਨੂੰ ਵੇਖ ਕੇ ਰਸਤੇ ਵਿੱਚ ਉਸ ਨੂੰ ਠੱਗ ਜਾ ਮਿਲਦੇ ਹਨ। ਰਾਵਣ ਕਹਿਣ ਲੱਗਿਆ, ਹੇ ਮ੍ਰਿਗ ਨੈਣੀ, ਸਾਨੂੰ ਕੁਝ ਪਿੱਛਿਆ ਦੇ। ਜਦ ਸੀਤਾ ਦੇਣ ਨੂੰ ਤਿਆਰ ਹੋਈ ਤਾਂ ਜੋਗੀ ਨੇ ਕਿਹਾ, ਅਸੀਂ ਬੱਧੀ ਹੋਈ ਪਿੱਛਿਆ ਨਹੀਂ ਲੈਂਦੇ, ਹੁਣੇ ਹੀ ਇਸ ਲਕੀਰ ਮਿਟਾ ਕੇ ਸਾਨੂੰ ਪਿੱਛਿਆ ਦੇ। ਜਦੋਂ ਸੀਤਾ ਨੇ ਲਕੀਰ ਮਿਟਾ ਦਿੱਤੀ ਅਤੇ ਸੀਤਾ ਨੂੰ ਉਸਨੇ ਲਕੀਰ ਤੋਂ ਬਿਨਾਂ ਵੇਖ ਲਿਆ ਤਾਂ ਉਸੇ ਵੇਲੇ ਸੀਤਾ ਨੂੰ ਹਰ ਕੇ ਆਕਾਸ਼ ਵੱਲ ਉੱਡ ਗਿਆ ਜੀ। ਚਲੋ, ਇੱਥੇ ਸ਼੍ਰੀ ਬਚਿੱਤਰ ਨਾਟਕ ਦੇ ਰਾਮ ਅਵਤਾਰ ਦੀ ਕਥਾ ਦੇ ਸੀਤਾ ਹਰਨ ਦੇ ਅਧਿਆਏ ਦੀ ਸਮਾਪਤੀ। ਹੁਣ ਸੀਤਾ ਦੀ ਖੋਜ ਦਾ ਕਥਨ। ਲਓ ਜੀ, ਸੀਤਾ ਦੀ ਜਿਹੜੀ ਹੈਗੀ ਆ ਸਰਚ ਸ਼ੁਰੂ ਹੋ ਗਈ ਹੋਈ ਆ। ਤੋਟਕ ਛੰਦ। ਸ਼੍ਰੀ ਰਾਮ ਨੇ ਜਦੋਂ ਮਨ ਵਿੱਚ ਵੇਖਿਆ ਕਿ ਸੀਤਾ ਦਾ ਹਰਨ ਹੋ ਗਿਆ ਹੈ, ਵੀ ਸੀਤਾ ਕਿਡਨੈਪ ਹੋ ਗਈ ਆ, ਰਘੂਨਾਥ ਹਰੀ ਸਿਹ ਹੇਰ ਮਨ ਧਨ ਨੇ ਆਪਣੇ ਜਿਹੜੇ ਰਤਨ ਸਿੰਘ ਜੱਗੀ ਜੀ ਜਿਨ੍ਹਾਂ ਨੇ ਇੰਨਾ ਕੁਛ ਕਨਵਰਟ ਕੀਤਾ ਜੀ ਸਿੰਪਲ ਲੈਂਗੁਏਜ ਦੇ ਵਿੱਚ, ਸਾਨੂੰ ਇਹਨੂੰ ਗ੍ਰੰਥ ਨੂੰ ਪੜ੍ਹਨ ਲਾਇਕ ਬਣਾਇਆ। ਰਾਮ ਨੇ ਜਦੋਂ ਮਨ 'ਚ ਦੇਖਿਆ ਕਿ ਸੀਤਾ ਦਾ ਹਰਨ ਹੋ ਗਿਆ ਹੈ ਤਾਂ ਧਨੁਸ਼ ਫੜ ਕੇ ਉਸ ਵੱਲ ਤਿੱਖਾ ਤੀਰ ਸਜਾ ਲਿਆ ਅਤੇ ਚੌਹਾਂ ਪਾਸਿਆਂ ਵੱਲ ਫਿਰ ਕੇ ਚੰਗੀ ਤਰ੍ਹਾਂ ਵੇਖਿਆ। ਸੀਤਾ ਨੂੰ ਨਾ ਵੇਖ ਕੇ ਰਾਮ ਬੇਸੁੱਧ ਹੋ ਕੇ ਧਰਤੀ ਉੱਤੇ ਡਿੱਗ ਪਿਆ। ਕਰ ਲਓ ਘਿਓ ਨੂੰ ਪਾਂਡਾ। ਸੀਤਾ ਜਦੋਂ ਮਿਸਿੰਗ ਹੋ ਗਈ ਅਤੇ ਉਹ ਧਰਤੀ ਨੂੰ ਵੇਖ ਉਹਨੂੰ ਨਾ ਵੇਖ ਕੇ ਜਾਣੀ ਸੀਤਾ ਨੂੰ ਧਰਤੀ 'ਤੇ ਹੋ ਕੇ ਡਿੱਗ ਪਿਆ। ਛੋਟੇ ਭਾਈ ਲਕਸ਼ਮਣ ਨੇ ਉਹਨਾਂ ਨੂੰ ਜੱਫੀ ਵਿੱਚ ਲੈ ਕੇ ਉਠਾਇਆ ਅਤੇ ਮੂੰਹ ਪੂੰਝ ਕੇ ਉਸ ਵੇਲੇ ਇਹ ਬੋਲ ਕਹੇ, ਹੇ ਪ੍ਰਭੂ, ਕਿਉਂ ਅਧੀਰ ਹੁੰਦੇ ਹੋ? ਧੀਰਜ ਧਰੋ। ਸੀਤਾ ਕਿੱਥੇ ਜਾ ਸਕਦੀ ਹੈ, ਉਸ ਦੀ ਖੋਜ ਕਰੋ। ਰਾਮ ਜੀ ਉੱਠ ਕੇ ਖੜੋ ਗਏ ਪਰ ਧਰਤੀ ਉੱਤੇ ਡਿੱਗ ਪਏ ਅਤੇ ਬੇਸੁੱਧ ਹੋ ਗਏ। ਡਿੱਗਦੇ ਬਹੁਤ ਛੇਤੀ ਹੈ ਇੱਕ ਤਾਂ ਧਰਮ ਨਾਲ। ਇੱਕ ਪਹਿਰ ਮਗਰੋਂ ਉਹਨਾਂ ਵਿੱਚ ਫਿਰ ਪ੍ਰਾਣ ਪਰਤ ਆਏ, ਜਾਣੀ ਫਿਰ ਹੋਸ਼ ਆ ਗਿਆ। ਮੀਨਸ ਸਰੀਰ ਵਿੱਚ ਸੁਰਤ ਆ ਜਾਣ ਨਾਲ ਰਾਮ ਇਸ ਤਰ੍ਹਾਂ ਸੁਚੇਤ ਹੋ ਉੱਠੇ ਜਿਵੇਂ ਰਣਭੂਮੀ ਵਿੱਚ ਸੂਰਮਾ ਮੁਰਸ਼ਿਦ ਹੋ ਕੇ ਡਿੱਗਾ ਹੋਇਆ ਹੈ, ਫਿਰ ਸੁਚੇਤ ਹੋ ਕੇ ਖੜਾ ਹੋ ਜਾਂਦਾ ਹੈ।
456 ਨੰਬਰ पेज। चौहीं पासी ਉੱਚੀ ਆਵਾਜ਼ ਵਿੱਚ ਪੁਕਾਰਦੇ ਥੱਕ ਗਏ, ਲੱਭਣਾ ਸ਼ੁਰੂ ਕਰਤਾ ਜੀ। ਰਾਮ ਦਾ ਛੋਟਾ ਭਾਈ ਲਕਸ਼ਮਣ ਬਹੁਤ ਚੰਗੀ ਤਰ੍ਹਾਂ ਨਾਲ ਛਿੱਥਾ ਪੈ ਗਿਆ। ਸਮਝ ਨਹੀਂ ਲੱਗੀ ਜੀ, ਛਿੱਥਾ ਪੈ ਗਿਆ। ਰਾਤ ਬੀਤਣ ਉਪਰੰਤ ਜਦੋਂ ਫਿਰ ਸਵੇਰੇ ਉੱਠ ਕੇ ਰਾਮ ਇਸ਼ਨਾਨ ਕਰਨ ਗਏ, ਤਦੋਂ ਸੀਤਾ ਦੇ ਵਿਯੋਗ ਦੀ ਅੱਗ ਨਾਲ ਸਾਰੇ ਜਲ ਜੀਵ ਸੜ ਕੇ ਨਸ਼ਟ ਹੋ ਗਏ। ਕਰ ਲੋ ਕਿ ਉਹਨੂੰ ਪੜ੍ਹਨਾ ਕਿੰਨਾ ਵੱਡਾ ਇਨਵਾਇਰਮੈਂਟ ਦਾ ਨੁਕਸਾਨ ਆ। ਹੁਣ ਮੈਨੂੰ ਇਹ ਨਹੀਂ ਸਮਝ ਹੈਗੀ ਬਈ ਇਹ ਜਿਹਨੇ ਵੀ ਲਿਖਿਆ ਇਹ ਗ੍ਰੰਥ ਉਹ ਕਹਿ ਵੀ ਰਿਹਾ ਹੈ ਲਿਖਣ ਵਾਲਾ ਵੀ ਤੁਸੀਂ ਡਿਟੇਲ 'ਚ ਜਾ ਕੇ ਪੜ੍ਹਨਾ ਤਾਂ ਰਮਾਇਣ 'ਚ ਪੜ੍ਹੋ। ਕੀ ਰਮਾਇਣ 'ਚ ਇਹੀ ਕੁਝ ਲਿਖਿਆ ਹੋਇਆ ਆ ਵੀ ਸੀਤਾ ਦੇ ਵਿਯੋਗ ਦੀ ਅੱਗ ਦੇ ਨਾਲ ਸਾਰੇ ਜੀਵ ਸੜ ਕੇ ਨਸ਼ਟ ਹੋ ਗਏ, ਯਾਨੀ ਪਾਣੀ ਉਹ ਸੁੱਕ ਗਿਆ। ਫਿਰ ਉੱਥੇ ਤਾਂ ਜਿਹੜਾ ਪਾਣੀ ਸੀ ਦਰਿਆ ਦਾ, ਜਿੱਥੇ ਵੀ ਆਪਣੇ ਇਸ਼ਨਾਨ ਕਰਨ ਗਏ ਅਤੇ ਉਹ ਪਾਣੀ ਸਾਰਾ ਸੜ ਕੇ ਸੁਆਹ ਹੋ ਗਿਆ। ਜੀਵ ਜੰਤੂ ਇੰਨੇ ਮਰ ਗਏ, ਇੰਨਾ ਉੱਥੇ ਯਾਨੀ ਸਟੀਮ ਪੈਦਾ ਹੋ ਗਈ ਅਤੇ ਕਿੰਨਾ ਇਨਵਾਇਰਮੈਂਟ ਦਾ ਨੁਕਸਾਨ ਹੋਇਆ। ਪਰ ਇਹ ਕੀ ਜਿਹੜੀ ਮੇਨ ਰਮਾਇਣ ਆ ਉਹਦੇ ਵਿੱਚ ਵੀ ਜਿਹੜਾ ਮੇਨ ਗ੍ਰੰਥ ਹੈ ਐਵੇਂ ਲਿਖਿਆ ਹੋਇਆ ਜੀ। ਜ਼ਰੂਰ ਮੇਰਾ ਵੀਰ ਕੋਈ ਦੱਸੇ ਵੀ ਯੋਗੀ ਰਾਮ ਜਿਸ ਪਾਸੇ ਨਜ਼ਰ ਮਾਰਦੇ ਉਸ ਪਾਸੇ ਫਲ ਫੁੱਲ ਪਲਾਸ ਅਤੇ ਕਾਹੀ ਆਕਾਸ਼ ਵੀ ਸੜ ਜਾਂਦੇ ਸਨ। ਜਿਹੜੀ ਧਰਤੀ ਉਹਨਾਂ ਦੇ ਹੱਥ ਨਾਲ ਛੋਹ ਗਈ ਉਹ ਕੱਚੇ ਭਾਂਡੇ ਵਾਂਗੂ ਪੱਕ ਕੇ ਫੁੱਟ ਗਈ। ਜਿਸ ਭੂਮੀ ਸਤਲ 'ਤੇ ਰਾਮ ਫਿਰਦੇ ਸਨ ਉੱਥੇ ਪਲਾਸ ਅਤੇ ਪੱਤੇ ਸੜ ਕੇ ਇਉਂ ਡਿੱਗਦੇ ਸਨ ਜਿਉਂ ਅੱਗ ਨਾਲ ਸੜ ਕੇ ਡਿੱਗਦੇ ਹਨ। ਰਾਮ ਦੀਆਂ ਲਾਲ ਅੱਖਾਂ ਵਿੱਚੋਂ ਹੰਝੂ ਟੁੱਟ ਕੇ ਝੜ ਰਹੇ ਸਨ। ਕਰ ਲੋ ਕਿ ਉਹਨੂੰ ਪੜ੍ਹਦਾ। ਜੋ ਸੜੀ ਹੋਈ ਧਰਤੀ ਉੱਤੇ ਇਉਂ ਲੋਪ ਹੁੰਦੇ ਜਾਂਦੇ ਹਨ ਮਾਨੋ ਤੱਤੇ ਤਵੇ ਉੱਤੇ ਪਾਣੀ ਦੀ ਬੂੰਦ ਪੈਂਦੀ ਹੋਵੇ। ਰਾਮ ਦੇ ਤਨ ਨਾਲ ਛੋਹ ਕੇ ਪੌਣ ਸੜ ਗਈ। ਧੀਰਜ ਨੂੰ ਛੱਡ ਕੇ ਸਰੋਵਰ ਵਿੱਚ ਲੁਕ ਗਈ। ਜਿਹੜੀ ਪੌਣ ਸੀਗੀ ਸਰੋਵਰ ਵਿੱਚ, ਉਸ ਥਾਂ 'ਤੇ ਕਮਲ ਨਾ ਰਹੇ। ਜਲ ਜੀਵ ਅਤੇ ਪੰਛੀਆਂ ਦੇ ਖੰਭ ਵੀ ਸੜ ਗਏ। ਇੱਧਰ ਬਣ ਵਿੱਚ ਸੀਤਾ ਨੂੰ ਢੂੰਡ ਕੇ ਰਾਮ ਕੁਟੀਆ ਨੂੰ ਮੁੜ ਆਏ। ਉੱਧਰ ਗਿਰਜਾਂ ਦੇ ਰਾਜੇ ਜਟਾਊ ਨੇ ਆ ਕੇ ਰਾਵਣ ਨੂੰ ਘੇਰ ਲਿਆ। ਹਠੀ ਜਟਾਊ ਰਣ ਨੂੰ ਛੱਡ ਕੇ 2 ਪੈਰ ਵੀ ਪਿੱਛੇ ਨਾ ਹਟਿਆ। ਗਿਰਜਾਂ ਦਾ ਰਾਜਾ ਜੀ ਜਟਾਊ ਹੋ ਗਿਆ, ਉਹਨੇ ਰਾਵਣ ਨੂੰ ਘੇਰ ਲਿਆ। ਹਠੀ ਜਟਾਊ ਰਣ ਨੂੰ ਛੱਡ ਕੇ 2 ਪੈਰ ਵੀ ਪਿੱਛੇ ਨਾ ਭੱਜਿਆ, ਭਾਵੇਂ ਉਸਦੇ ਸਰੀਰ ਤੋਂ ਸਾਰੇ ਖੰਭ ਰਾਵਣ ਦੀ ਮਾਰ ਨਾਲ ਉੱਡ ਗਏ ਸਨ। ਪਰ ਤਾਂ ਵੀ ਉਸਨੇ ਸ਼੍ਰੀ ਰਾਮ ਦਾ ਪੱਖ ਨਾ ਛੱਡਿਆ। ਗੀਤਾ ਮਾਲਤੀ ਛੰਦ। ਜਟਾਊ ਨੇ ਸ਼੍ਰੀ ਰਾਮ ਚੰਦਰ ਨੂੰ ਕਿਹਾ, ਹੇ ਰਘੁਰਾਜ, ਰਾਵਣ ਮੈਨੂੰ ਮਾਰ ਕੇ ਸੀਤਾ ਲੈ ਗਿਆ ਹੈ। ਫਿਰ ਜਟਾਊ ਖਾਮ ਖਾਈ ਆ ਗਿਆ ਯਾਰ ਵਿੱਚ। ਜਟਾਊ ਦੀ ਤਾਂ ਕੋਈ ਡਿਊਟੀ ਵੀ ਨਹੀਂ ਸੀ ਲਾਈ, ਨਾ ਲਕਸ਼ਮਣ ਨੇ ਨਾ ਰਾਮ ਨੇ। ਪਰ ਇਹ ਹੋ ਸਕਦਾ ਵੀ ਜਦੋਂ ਜਟਾਊ ਨੇ ਦੇਖਿਆ ਵੀ ਰਾਵਣ ਕਿਸੇ ਲੇਡੀ ਨੂੰ ਲੈ ਕੇ ਜਾ ਰਿਹਾ ਜਾਂ ਸੀਤਾ ਨੂੰ, ਵੀ ਉਹਨੇ ਕੋਸ਼ਿਸ਼ ਕੀਤੀ ਹੋਣੀ ਉਹਨੂੰ ਬਚਾਉਣ ਦੀ। ਸਿਆਣਾ ਵਿਚਾਰਾ ਜਟਾਊ ਮੀਨਸ ਨੇਕ ਦਿਲ ਇਨਸਾਨ ਹੈ। ਜਾਣੀ ਜਟਾਊ ਨੇ ਆਕਾਸ਼ ਦੇ ਰਸਤੇ ਵੱਲ ਵੇਖ ਕੇ ਸੀਤਾ ਦੇ ਚਲੇ ਜਾਣ ਦਾ ਸ਼੍ਰੀ ਰਾਮ ਨੂੰ ਸੁਨੇਹਾ ਦਿੱਤਾ। ਓਕੇ, ਜਟਾਊ ਨੇ ਦੱਸਿਆ ਵੀ ਉਹ ਲੈ ਗਿਆ ਰਾਵਣ ਚੁੱਕ ਕੇ, ਲੰਕਾ ਦਾ ਰਾਜਾ। ਤਦੋਂ ਬਲਰਾਮ ਰਾਮ ਜਾਣ ਗਿਆ ਕਿ ਜੋ ਨਿਸ਼ਚੇ ਹੀ ਸੀਤਾ ਨੂੰ ਰਾਵਣ ਨੇ ਹਰਿਆ ਹੈ, ਯਾਨੀ ਰਾਵਣ ਨੇ ਚੱਕਿਆ ਉਹਨੂੰ। ਜਟਾਊ ਨੇ ਜਾਣਕਾਰੀ ਦਿੱਤੀ ਹੈ। ਜਟਾਊ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਰਾਮ ਨੂੰ ਮਾਰਗ ਵਿੱਚ ਹਨੂੰਮਾਨ ਮਿਲ ਪਿਆ। ਤਦ ਰਾਮ ਨੇ ਉਸ ਨਾਲ ਮਿੱਤਰਤਾ ਕਰ ਲਈ। ਹੁਣ ਹਨੂੰਮਾਨ ਨੇ ਸੁਗਰੀਵ ਨੂੰ ਲਿਆ ਕੇ ਸ਼੍ਰੀ ਰਾਮ ਦੇ ਪੈਰਾਂ ਵਿੱਚ ਪਾ ਦਿੱਤਾ। ਚਲੋ ਜੀ, ਰਾਮ ਦੀ ਸੈਨਾ ਸ਼ੁਰੂ ਹੋ ਗਈ ਜੀ। ਮਿੰਟ ਲਾਇਆ ਜੀ ਇਹਨਾਂ ਨੇ ਹਨੂੰਮਾਨ ਅਤੇ ਜਟਾਊ ਨੂੰ ਜੋੜਨ ਨੂੰ। ਇਹਦੇ ਆਲੇ ਦੁਆਲੇ ਮਾਹੌਲ ਬਣਾਉਣਾ ਚਾਹੀਦਾ ਸੀ ਵੀ ਕਿਵੇਂ ਮਿਲੇ ਇਹ, ਅਤੇ ਮਿੰਟੋ ਮਿੰਟੀ ਮਿਲਾਤੇ। ਉਹਨਾਂ ਨੇ ਇਕੱਠੇ ਹੋ ਕੇ ਬੈਠ ਕੇ ਇਸ ਤਰ੍ਹਾਂ ਯੋਜਨਾ ਵਿਚਾਰਿਆ ਕਿ ਸ਼੍ਰੀ ਰਾਮ ਸੁਗਰੀਵ ਦਾ ਕਾਰਜ ਕਰਨ ਅਤੇ ਸੁਗਰੀਵ ਰਾਮ ਦਾ। ਚਲੋ ਜੀ, ਦੋਵਾਂ ਨੇ ਆਪੋ ਆਪਣੀਆਂ ਡਿਊਟੀਜ਼ ਜਿਹੜੀਆਂ ਸੀਗੀਆਂ ਉਹ ਸਵਿਚ ਕਰਦੀਆਂ। ਇਸ ਲਈ ਧੀਰਜਵਾਨ ਸੁਗਰੀਵ ਨੇ ਬੜੇ ਧੀਰਜ ਨਾਲ ਆਪਣੇ ਯੋਧਿਆਂ, ਮੰਤਰੀਆਂ ਅਤੇ ਬਹਾਦਰਾਂ ਨਾਲ ਵਿਚਾਰ ਕਰਕੇ ਸ਼੍ਰੀ ਰਾਮ ਦੇ ਸਹਾਇਕ ਹੋਣ ਦਾ ਪ੍ਰਣ ਕੀਤਾ। ਫਿਰ ਰਾਮ ਨੇ ਕਪਿਰਾਜ ਬਾਲੀ ਨੂੰ ਮਾਰ ਦਿੱਤਾ ਅਤੇ ਸੁਗਰੀਵ ਨੂੰ ਆਪਣਾ ਸਹਾਇਕ ਬਣਾ ਕੇ ਲੰਕਾ ਵੱਲ ਤੁਰ ਪਏ। ਬਾਲੀ ਅਤੇ ਸੁਗਰੀਵ ਹੈਗਾ ਤਾਂ ਹੈ, ਜਿਹੜਾ ਰਮਾਇਣ ਵੇਖੀ ਹੈ 1980ਵੇਂ ਦਹਾਕੇ ਦਾ ਐਂਡ ਹੋਣਾ, ਉਹ ਦਿਮਾਗ 'ਚ ਤਾਂ ਆਉਂਦਾ ਬਾਲੀ ਸੁਗਰੀਵ, ਪਰ ਹੁਣ ਭੁੱਲ ਗਏ ਜੀ ਕਹਾਣੀ। ਹੁਣ ਹਨੂੰਮਾਨ ਨੂੰ ਖੋਜ ਲਈ ਭੇਜਣ ਦਾ ਪ੍ਰਸੰਗ। ਗੀਤਾ ਮਾਲਤੀ ਛੰਦ। ਸੁਗਰੀਵ ਨੇ ਆਪਣੀ ਸੈਨਾ ਦੇ ਦਲ ਵੰਡ ਕੇ ਦੋਹਾਂ ਦਿਸ਼ਾਵਾਂ ਵਿੱਚ ਭੇਜ ਦਿੱਤੇ ਅਤੇ ਹਨੂੰਮਾਨ ਨੂੰ ਲੰਕਾ ਭੇਜ ਦਿੱਤਾ। ਹਨੂੰਮਾਨ ਨਿਸ਼ਾਨੀ ਵਜੋਂ ਰਾਮ ਦੀ ਮੁੰਦਰੀ ਲੈ ਕੇ ਸਮੁੰਦਰ ਲੰਘ ਕੇ ਜਿੱਥੇ ਸੀਤਾ ਰਹਿੰਦੀ ਸੀ ਉੱਥੇ ਚਲਾ ਗਿਆ। ਲੰਕਾ ਸ਼ਹਿਰ ਨੂੰ ਸਾੜ ਕੇ ਰਾਵਣ
ਰਾਵਣ ਦੇ ਪੁੱਤਰ ਅਕਸ਼ੇ ਕੁਮਾਰ ਨੂੰ ਮਾਰ ਕੇ ਅਸ਼ੋਕ ਬਾਗ ਨੂੰ ਉਜਾੜ ਕੇ ਫਿਰ ਸ਼੍ਰੀ ਰਾਮ ਕੋਲ ਪਰਤ ਆਇਆ। ਲੰਕਾ ਪਹੁੰਚ ਗਿਆ ਜੀ ਰਾਵਣ ਉੱਡ ਕੇ, ਨਾਲ ਮੁੰਦਰੀ ਲੈ ਗਿਆ ਸੀਗਾ ਆਪਣੇ, ਇਹਦੀ ਨਿਸ਼ਾਨੀ ਵਜੋਂ ਰਾਮ ਦੀ ਮੁੰਦਰੀ ਲੈ ਕੇ। ਨਿਸ਼ਾਨੀ ਵਜੋਂ ਮੁੰਦਰੀ ਕਿਉਂ ਲਈ ਅੱਗੇ ਪਤਾ ਲੱਗੂਗਾ, ਹੈਗਾ ਤਾਂ ਹੈ ਯਾਦ ਵੀ ਮੁੰਦਰੀ ਕਿਉਂ ਲੈ ਕੇ ਗਿਆ ਸੀਗਾ, ਪਛਾਣਨ ਵਾਸਤੇ ਵੀ ਜਿਹੜੀ ਅਸਲੀ ਸੀਤਾ ਹੋਊਗੀ, ਕਿਉਂਕਿ ਇਹ ਆਪਣਾ ਭੇਸ ਭੂਸ ਵੀ ਤਾਂ ਬਦਲ ਲੈਂਦੇ ਨੇ ਨਾ, ਵੀ ਉਹ ਪਛਾਣ ਲੂਗੀ ਇਹ, ਸ਼ਾਇਦ ਇਹੀ ਹੋਵੇ। ਲੰਕਾ ਜਿਹੜਾ ਉੱਧਰ ਰਾਵਣ ਗਿਆ ਜੀ, ਉੱਥੇ ਲੰਕਾ ਸ਼ਹਿਰ ਨੂੰ ਸਾੜ ਕੇ ਰਾਵਣ ਦੇ ਪੁੱਤਰ ਅਕਸ਼ੇ ਕੁਮਾਰ ਨੂੰ ਮਾਰ ਕੇ ਅਸ਼ੋਕ ਬਾਗ ਨੂੰ ਉਜਾੜ ਕੇ ਫਿਰ ਰਾਮ ਕੋਲ ਪਰਤ ਆਇਆ। ਉਹ ਮੈਨੂੰ ਸੀਨ ਅੱਜ ਵੀ ਯਾਦ ਆ, ਜਦੋਂ ਸੀਤਾ ਰਮਾਇਣ ਵਿੱਚ ਜਿਹੜੀ ਇਹਨੇ BR ਚੋਪੜੇ ਉਹਨਾਂ ਨੇ ਬਣਾਈ ਸੀਗੀ, ਜਾਂ BR ਚੋਪੜਾ, ਵੀ ਉਹ ਜਿਹੜਾ ਦਰਖਤ ਦੇ ਉੱਤੋਂ ਆਉਂਦਾ ਹਨੂੰਮਾਨ ਤੇ ਥੱਲੇ ਸੀਤਾ ਬੈਠੀ ਹੁੰਦੀ ਆ, ਤੇ ਉਹ ਜਿਹੜਾ ਸਾਰਾ ਹੈ ਨਾ ਸੀਨ ਜਿਹਾ ਮੈਨੂੰ ਯਾਦ ਆ ਰਿਹਾ। ਪਰ ਇੱਥੇ ਇਹਨਾਂ ਤਾਂ ਮਿੰਟੋ ਮਿੰਟੀ ਨਿਬੇੜਤਾ। ਚਲੋ, ਉਹ ਸਾਰਾ ਰਾਵਣ ਦੀ ਲੰਕਾ ਫੂਕ ਕੇ ਤੇ ਉਹਦੇ ਮੁੰਡੇ ਨੂੰ ਮਾਰ ਕੇ ਤੇ ਬਾਗ ਵੀ ਉਜਾੜਤਾ ਅਸ਼ੋਕ ਬਾਗ, ਤੇ এনवायरमेंट ਦੀ ਵੈਸੇ ਇਹਨਾਂ ਨੇ ਬਹੁਤ ਬਰਬਾਦੀ ਕੀਤੀ ਹੈ। ਰਾਮ ਕੋਲ ਵਾਪਸ ਪਰਤ ਆਇਆ। ਰਾਵਣ ਨੇ ਜੋ ਅਚਾਰ ਕੀਤੇ ਸਨ ਉਹ ਸਾਰੇ ਰਾਮ ਕੋਲ ਆ ਕੇ ਦੱਸ ਦਿੱਤੇ, ਜੋ ਵੀ ਉਹਨੇ ਉੱਥੇ ਕਾਰਵਾਈ ਕੀਤੀ ਹੈ ਜਾ ਕੇ ਲੰਕਾ 'ਚ ਉਹਨੇ ਦੱਸੀ। ਰਾਮਚੰਦਰ ਨੇ ਕਰੋੜਾਂ ਦਲ ਇਕੱਠੇ ਕਰ ਲਿਆ ਅਤੇ ਸਾਰੀ ਤੀਬਰ ਗਤੀ ਨਾਲ ਚੱਲ ਪਏ। ਰਾਮਚੰਦਰ, ਸੁਗਰੀਵ, ਲਛਮਣ ਅਤੇ ਹੋਰ ਚੰਗੇ ਸੂਰਮੇ ਸਨ। ਜਾਮਵੰਤ, ਸੁਖੈਨ, ਨੀਲ, ਹਨੂੰਮਾਨ, ਅੰਗਦ, ਤੇ ਅੰਗਦ ਵੀ ਹੈਗਾ ਇੱਕ, ਹਾਂਜੀ ਹਾਂ, ਜਾਂ ਬਾਨਰ ਜਿਹਾ ਮੇਰਾ ਖਿਆਲ ਹੈ, ਅਤੇ ਕੇਸਰੀ ਆਦਿ ਸੈਨਾਪਤੀ ਬਾਂਦਰਾਂ ਦੇ ਝੁੰਡ ਲੈ ਕੇ ਚੌਹਾਂ ਪਾਸਿਆਂ ਤੋਂ ਬੱਦਲਾਂ ਦੀ ਝੜੀ ਵਾਂਗੂ ਚੜ੍ਹੇ ਆਉਂਦੇ ਸਨ। ਜਦੋਂ ਸਮੁੰਦਰ ਪਾਰ ਕਰਕੇ ਰਸਤਿਆਂ ਨੂੰ ਲੰਘ ਕੇ ਲੰਕਾ ਟਾਪੂ ਵਿੱਚ ਪਹੁੰਚ ਗਏ ਤਾਂ ਜਿਹੜੇ ਦੈਂਤਾਂ ਦੇ ਦੂਤ ਸਨ ਉਹ ਭੱਜ ਕੇ ਰਾਵਣ ਕੋਲ ਗਏ। ਸਮੁੰਦਰ ਇਹਨਾਂ ਨੇ ਮਿੰਟ ਲਾਇਆ ਪਾਰ ਕਰਨ ਨੂੰ। ਉਹ ਜਿਹੜਾ ਐਡਾ ਵੱਡਾ ਰਾਮ ਸੇਤੂ ਬਣਾਇਆ, ਪੱਥਰ ਪੁੱਤਰ ਇਕੱਠੇ ਕੀਤੇ, ਉਹ ਸਾਰਾ ਹਿੱਸਾ ਖਾਧਾ ਗਿਆ ਇਹਦੇ ਵਿੱਚ। ਤੇ ਬਾਈ ਜੀ ਹੈ ਨਹੀਂ ਗੱਲਬਾਤ ਨਾ, ਮੈਂ ਤੁਹਾਨੂੰ ਐਵੇਂ ਕਹਾਂ। ਤੇ ਇਹ ਜਿਹੜਾ ਉਹ ਬ੍ਰਿਜ ਬਣਾਇਆ ਐਡਾ ਵੱਡਾ, ਉਹ ਕਿੰਨੇ ਬਾਂਦਰਾਂ ਨੇ ਇਕੱਠੇ ਕਰਕੇ ਉੱਥੇ। ਮੈਂ ਤਾਂ ਇਹ ਸੋਚੀ ਬੈਠਾ ਸੀ, ਦਿਮਾਗ 'ਚ ਗੱਲ ਬੜੀ ਪਾਪੂਲਰ ਆ ਵੀ ਪੁਲ ਬਣਾਉਣ ਦੀ ਲੋੜ ਹੀ ਨਹੀਂ ਸੀਗੀ, ਜਦੋਂ ਇਹ ਜਿਹੜਾ ਰਾਮਚੰਦਰ ਅੱਗੋਂ ਜਾ ਕੇ ਪਤਾ ਨਹੀਂ ਆਉਣਾ ਲੰਘ ਗਿਆ, ਫਿਰ ਆਉਣਾ ਅੱਗੇ, ਵੀ ਜਦੋਂ ਸੰਜੀਵਨੀ ਬੂਟੀ ਦੀ ਲੋੜ ਹੁੰਦੀ ਆ ਇਹਨੂੰ ਰਾਮ ਬਚਾਉਣ ਵਾਸਤੇ, ਸ਼ਾਇਦ ਲਕਸ਼ਮਣ ਨੂੰ, ਤੇ ਉਹ ਜਾਂਦਾ ਉਹ ਵੀ ਉਹ ਫਲਾਣੇ ਪਹਾੜ 'ਤੇ ਮਿਲਣੀ ਆ। ਉਹ ਉੱਥੇ ਜਾ ਕੇ ਇਹਨੂੰ ਹਨੂੰਮਾਨ ਨੂੰ ਪਤਾ ਨਹੀਂ ਲੱਗਦਾ ਵੀ ਉੱਥੇ ਤਾਂ ਭਾਂਤ ਭਾਂਤ ਦੀਆਂ ਬੂਟੀਆਂ ਨੇ, ਵੀ ਕਿਹੜੀ ਬੂਟੀ ਲੈ ਕੇ ਆਵਾਂ, ਤੇ ਉਹ ਸਾਰਾ ਪਹਾੜੇ ਚੁੱਕੀ ਆਉਂਦਾ ਆ। ਤੇ ਹੁਣ ਇਹ ਜਿਹੜਾ ਸਮੁੰਦਰ ਇਹਨਾਂ ਨੇ ਬਣਾਇਆ, ਤੇ ਉਹ ਇਹ ਤੋਂ ਪਾਰਟ ਖਾ ਲਿਆ ਗਿਆ ਇਹਦੇ ਵਿੱਚ, ਜਾਣੀ ਬੜਾ ਅਹਿਮ ਪਾਰਟ ਸੀਗਾ। ਬਹੁਤ ਸਾਰੇ ਅਹਿਮ ਚੀਜ਼ਾਂ ਦੇ ਇਸ ਗ੍ਰੰਥ ਦੇ ਵਿੱਚ ਮੈਂ ਕਨਕਲੂਜਨ ਕੱਢਦਾ ਹਾਂ। ਅਨਨੈਸੈਸਰੀ ਜਿਹੜੀਆਂ ਬੇਲੋੜੀਆਂ ਚੀਜ਼ਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਰਿਪੀਟਡਲੀ, ਅਤੇ ਜਿਹੜੇ ਰਮਾਇਣ ਦੇ ਵਿੱਚ ਕੁਝ ਇੱਕ ਖਾਸ ਜਿਹੜੇ ਘਟਨਾਵਾਂ ਨੇ, ਤੇ ਉਹਨੂੰ ਬਿਲਕੁਲ ਉਹਨਾਂ ਦੇ ਉੱਤੇ ਪਰਦਾ ਨਹੀਂ ਪਾਇਆ ਗਿਆ ਜੀ। ਇਹ ਜਿਹੜਾ ਸ਼ਾਮ ਕਵੀ ਹੈ ਇਹਦਾ ਕਸੂਰ ਹੈ ਸਾਰਾ। ਜਿਹੜੇ ਦੈਂਤਾਂ ਦੇ ਦੂਤ ਸਨ, ਜਦੋਂ ਉੱਥੇ ਪਹੁੰਚ ਗਈ ਜੀ ਸੈਨਾ ਇਹਨਾਂ ਦੀ, ਵਾਨਰ ਸੈਨਾ ਰਾਮਚੰਦਰ ਲਕਸ਼ਮਣ ਦੀ, ਤਾਂ ਉਹ ਭੱਜ ਕੇ ਰਾਵਣ ਕੋਲ ਗਿਆ ਤੇ ਰਾਵਣ ਨੂੰ ਕਹਿਣ ਲੱਗੇ, ਯੁੱਧ ਦੀ ਤਿਆਰੀ ਦੇ ਸਾਰੇ ਸਾਜ਼ ਕਰੋ, ਪਰ ਮੇਰੀ ਇੱਕ ਬੇਨਤੀ ਮੰਨ ਲਵੋ ਕਿ ਲੰਕਾ ਦੇ ਸੋਹਣੇ ਕਿਲੇ ਨੂੰ ਸੰਭਾਲ ਲਵੋ, ਕਿਉਂਕਿ ਰਾਮਚੰਦਰ ਦਾ ਆਗਮਨ ਹੋ ਗਿਆ ਹੈ। ਰਾਵਣ ਨੇ ਦੂਤ ਦੀ ਗੱਲ ਸੁਣ ਕੇ ਧੂਮਰ, ਅੱਛਾ ਅਤੇ ਜਾਂਬਮਾਲਾ ਨੂੰ ਬੁਲਾ ਕੇ ਜਾਂਬਮਾਲਾ ਨੂੰ ਬੁਲਾ ਕੇ ਸੂਰਮਿਆਂ ਨੂੰ ਭੇਜ ਦਿੱਤਾ, ਦੋਹਾਂ ਸੂਰਮਿਆਂ ਨੂੰ ਭੇਜ ਦਿੱਤਾ। ਇਹ ਦੋਵੇਂ ਵੱਡੇ ਹੱਲੇ ਗੁੱਲੇ ਨਾਲ ਕਈ ਕਰੋੜਾਂ ਸੈਨਿਕਾਂ ਨਾਲ ਲੈ ਕੇ ਜਿੱਥੇ ਰਾਮ ਉਤਰੇ ਸਨ ਉੱਥੇ ਪਹੁੰਚ ਗਏ। ਜਾਣੀ ਉਹਨੇ ਰਾਵਣ ਨੇ ਆਹ ਦੋ ਬੰਦੇ ਭੇਜਤੇ ਸੀ, ਧੂਮਰ ਅੱਛ ਅਤੇ ਜਾਂਬਮਾਲਾ, ਇਹਨਾਂ ਦੀ ਅਗਵਾਈ 'ਚ ਕਰੋੜਾਂ ਹੀ ਸੈਨਿਕ ਭੇਜਤੇ ਜੀ ਜਿੱਥੇ ਰਾਮ ਉਤਰੇ ਹੋਏ ਸਨ। ਗੁੱਸਾ ਖਾ ਕੇ ਹਨੂੰਮਾਨ ਨੇ ਉਹਨਾਂ ਉੱਤੇ ਪੈਰ ਗੱਡ ਕੇ ਪ੍ਰਹਾਰ ਕੀਤਾ, ਤੇ ਇੱਕ ਸੂਰਮਾ ਧੂਮਰ ਅੱਛ ਯੁੱਧ ਕਰਦਾ ਹੋਇਆ, ਜਿਹੜਾ ਧੂਮਰ ਅੱਛ ਸੀਗਾ, ਯੁੱਧ ਕਰਦਾ ਹੋਇਆ ਧਰਤੀ 'ਤੇ ਡਿੱਗ ਪਿਆ ਅਤੇ ਦੇਵਲੋਕ 'ਚ ਪਹੁੰਚ ਗਿਆ। ਆਹ ਤਾਂ ਯਾਰ ਬਹੁਤ ਗਲਤ ਕੰਮ ਹੈ, ਜਾਣੀ ਨਾ ਵੀ ਦੇਵਲੋਕ ਜਿਹਨੂੰ ਰਾਮ ਮਾਰੂਗਾ ਰਾਵਣ ਦੇ ਬੰਦਿਆਂ ਨੂੰ, ਉਹ ਦੇਵਲੋਕ ਦੇ ਵਿੱਚ, ਜਾਣੀ ਸਵਰਗਾਂ ਦੇ ਵਿੱਚ ਕਹਿ ਲਈਏ ਆਪਾਂ, ਵਧੀਆ ਜਗ੍ਹਾ, ਅਤੇ ਜਿਹੜਾ ਰਾਵਣ ਮਾਰੂਗਾ ਰਾਮ ਦੇ ਬੰਦਿਆਂ ਨੂੰ, ਉਹ ਬੰਦੇ ਹਾਲਾਂਕਿ ਚੰਗੇ ਨੇ ਜਿਹੜੇ ਰਾਮ ਵਾਸਤੇ ਲੜ ਰਹੇ ਨੇ, ਅਤੇ ਉਹਨਾਂ ਦੇ ਵਾਸਤੇ ਨਰਕ ਬਹੁਤ ਬਹੁਤ ਜ਼ਿਆਦਾ। ਰਾਮ ਰਾਜ ਮੈਨੂੰ ਨਹੀਂ ਸਮਝ ਲੱਗਦੀ ਵੀ ਕਿੱਦਾਂ ਹੈ। ਜਾਂਬਮਾਲ ਕੁਝ ਚਿਰ ਲਈ ਲੜਿਆ, ਫਿਰ ਉਸ ਨੂੰ ਅੰਤ ਵਿੱਚ ਉਸੇ ਤਰ੍ਹਾਂ ਮਾਰ ਦਿੱਤਾ, ਅਤੇ ਉਹ ਵੀ ਪਹੁੰਚ ਗਿਆ, ਲਓ ਜੀ ਸਵਰਗਾਂ ਨੂੰ ਪਹੁੰਚ ਗਿਆ ਜਾਂਬਮਾਲ। ਸੈਨਾ ਨੇ ਭੱਜ ਕੇ ਲੰਕਾ ਵਿੱਚ ਪ੍ਰਵੇਸ਼ ਕੀਤਾ ਅਤੇ ਰਾਵਣ ਨੂੰ ਸੁਨੇਹਾ ਦਿੱਤਾ। ਸੈਨਾ ਨੇ ਤਾਂ ਭੱਜਣਾ ਹੀ ਸੀ ਜਦੋਂ ਉਹਨਾਂ ਦੇ ਦੋਵੇਂ ਜਿਹੜੇ ਕਮਾਂਡਰ ਮਾਰੇ ਗਏ।
ਧੂਮਰਛ ਤੇ ਜਾਮਮਾਲ ਦੋਹਾਂ ਨੂੰ ਰਾਮ ਨੇ ਮਾਰ ਦਿੱਤਾ ਹੈ। ਜੋ ਕੁਝ ਪ੍ਰਭੂ ਰਾਵਣ ਦੇ ਦਿਲ ਵਿੱਚ ਸ਼ੁਭ ਸਲਾਹ ਆਉਂਦੀ ਹੈ ਉਹੀ ਕਰੋ। ਰਾਵਣ ਨੇ ਆਪਣੇ ਕੋਲ ਅਕੰਪਨ ਨਾਮ ਦੇ ਯੋਧੇ ਨੂੰ ਵੇਖ ਕੇ ਸੈਨਾ ਸਹਿਤ ਯੁੱਧ ਲਈ ਭੇਜ ਦਿੱਤਾ। ਚਲੋ ਜੀ, ਅਕੰਪਨ ਨਾਮ ਦਾ ਇੱਕ ਹੋਰ ਯੋਧਾ ਸੀ, ਉਹਦੇ ਕੋਲ ਉਹ ਸੈਨਾ ਦੀ ਅਗਵਾਈ ਉਹਨੂੰ ਦਿੱਤੀ। ਤਰ੍ਹਾਂ ਤਰ੍ਹਾਂ ਦੇ ਵਾਜੇ ਵੱਜਣ ਲੱਗੇ ਅਤੇ ਲੰਕਾਪੁਰੀ ਵਿੱਚ ਲਗਾਤਾਰ ਧੁਨ ਹੋਣ ਲੱਗੀ, ਯਾਨੀ ਲਗਾਤਾਰ ਬੈਂਡ ਬਾਜੇ ਵੱਜਣ ਲੱਗੇ, ਜੋ ਵੀ ਹੈਗੇ ਨੇ ਸਾਜ਼, ਜੋ ਵੀ ਮਿਊਜ਼ਿਕ ਦੇ ਇੰਸਟਰੂਮੈਂਟ ਨੇ। ਇੰਦਰ ਅਤੇ ਪ੍ਰਹਸਤ ਆਦਿ ਨੇ ਵਿਚਾਰਾਪੂਰਵਕ ਸਲਾਹ ਦਿੱਤੀ, ਹੇ ਰਾਜਨ, ਸੀਤਾ ਦੇ ਕੇ ਰਾਮਚੰਦਰ ਨਾਲ ਮਿਲ ਜਾਓ, ਕਿਸ ਲਈ ਗੁੱਸੇ ਨੂੰ ਪਾਲ ਰਹੇ ਹੋ। ਇਹ ਕਿਹਨੂੰ ਮੱਤ ਦਿੱਤੀ ਜੀ ਇਹਨਾਂ ਨੇ? ਸੀਤਾ ਦੇ ਕੇ ਰਾਮਚੰਦਰ ਨਾਲ ਮਿਲ ਜਾਓ। ਮੇਰੇ ਖਿਆਲ ਰਾਵਣ ਨੂੰ ਦਿੱਤੀ ਸਲਾਹ, ਵਿਚਾਰਪੂਰਵਕ ਸਲਾਹ ਰਾਵਣ ਨੂੰ ਦਿੱਤੀ ਵੀ ਸੀਤਾ ਨੂੰ ਦੇ ਦੇ ਤੇ ਰਾਮ ਦੇ ਨਾਲ ਇਹ ਤੂੰ ਹੱਥ ਮਿਲਾ ਲਾ। ਤਲਵਾਰਾਂ ਝਿਲਮਿਲ ਕਰਦੀਆਂ ਹਨ ਅਤੇ ਘੋਰ ਧੁਨ ਨਾਲ ਵਾਜੇ ਵੱਜਦੇ ਹਨ। ਉਹਨਾਂ ਦੇ ਕਵਚਾਂ ਜਾਂ ਸਿਰ ਦੇ ਟੋਪਾਂ ਨਾਲ ਠੈਕਣ ਤੋਂ ਖੜਖੜ ਦੀ ਆਵਾਜ਼ ਆਉਂਦੀ ਹੈ, ਜਿਨ੍ਹਾਂ ਦੇ ਧੜਕੇ ਨਾਲ ਮੁਨੀਆਂ ਦੇ ਧਿਆਨ ਜਾਣੀ ਭੰਗ ਹੋ ਰਹੇ ਨੇ ਜੀ। ਇੱਕ ਸੂਰਮੇ ਇਕਨਾਂ ਨੂੰ ਚੁੱਕ ਕੇ ਲੈ ਗਏ ਹਨ ਅਤੇ ਇੱਕ ਇਕਨਾਂ ਨਾਲ ਉਦ ਵਿੱਚ ਰੁੱਝੇ ਹੋਏ ਹਨ। ਸੰਘਣੀ ਧੁੰਦ ਪੈ ਗਈ ਹੈ, ਜਿਸ ਕਰਕੇ ਹੱਥ ਅਤੇ ਮੂੰਹ ਨਹੀਂ ਦਿਸਦੇ। ਯੁੱਧ ਭੂਮੀ ਵਿੱਚ ਸਾਹਮਣੇ ਸੂਰਵੀਰ ਖੜੇ ਹਨ। ਅੰਗਦ ਰਾਜੇ ਦੀ ਸੈਨਾ ਡਟੀ ਹੋਈ ਹੈ। ਰਾਮਚੰਦਰ ਦੀ ਜੈ ਦੀ ਸਦ ਇਕਸਾਰ ਬਹੁਤ ਅਧਿਕ ਹੋ ਗਈ ਹੈ। ਰਾਮਚੰਦਰ ਦੀ ਜੈ, ਜਿਹੜਾ ਕਹਿੰਦੇ ਹੁੰਦੇ ਨੇ ਭਗਵਾਨ ਰਾਮ ਕੀ ਜੈ, ਜਾਣੀ ਉਹ ਇਕਸਾਰ ਇੰਨੀ ਉੱਚੀ ਹੋ ਗਈ ਅਤੇ ਸਵਰਗ ਵਿੱਚ ਦੇਵਤੇ ਧੰਨ ਧੰਨ ਕਹਿਣ ਲੱਗੇ। ਸਵਰਗਾਂ ਤੱਕ ਆਵਾਜ਼ ਪਹੁੰਚ ਗਈ ਜੀ। ਉਹ ਜਿਹੜਾ ਮਿਊਜ਼ਿਕ ਵੱਜ ਰਿਹਾ ਸੀ ਕਿਸਮ ਦਾ ਨਾ, ਲੈਅ ਦੇ ਵਿੱਚ ਉਹ ਜੈ ਸ਼੍ਰੀ ਰਾਮ ਕਰ ਰਹੇ ਸੀਗੇ। ਇੱਧਰੋਂ ਯੁਵਰਾਜ ਅੰਗਦ ਹੈ ਅਤੇ ਦੂਜੇ ਪਾਸੇ ਰਾਵਣ ਦੇ ਪਾਸਿਓਂ ਅਕੰਪਨ ਸੂਰਮਾ ਹੈ। ਦੋ ਮੱਲ ਅਖਾੜੇ, ਇੱਕ ਨੇ ਢਹਿਣਾ ਹੈ, ਜਾਣੀ ਇੱਕ ਮੱਲ ਹੈਗਾ ਅੰਗਦ ਅਤੇ ਰਾਵਣ ਦਾ ਮੱਲ ਹੈਗਾ ਅਕੰਪਨ। ਦੋਵੇਂ ਤੀਰਾਂ ਦੀ ਲਗਾਤਾਰ ਵਰਖਾ ਕਰਦੇ ਹਨ ਅਤੇ ਯੁੱਧ ਭੂਮੀ ਨੂੰ ਜਰਾ ਜਿੰਨਾ ਵੀ ਛੱਡਦੇ ਨਹੀਂ। ਅੰਤ ਨੂੰ ਦੋਹਾਂ ਦੇ ਹੱਥ ਇੱਕ ਦੂਸਰੇ ਦੀ ਵੱਖੀ ਵਿੱਚ ਪੈ ਗਿਆ ਅਤੇ ਯੁੱਧ ਭੂਮੀ ਵਿੱਚ ਲੋਥਾਂ ਖਿਲਰ ਗਈਆਂ। ਜਾਣੀ ਦੋਹਾਂ ਦੇ ਇੱਕ ਦੂਸਰੇ ਨੂੰ ਵੱਖੀ ਨੂੰ ਹੱਥ ਪਾ ਲਏ ਅਤੇ ਲੋਥਾਂ ਖਿਲਰ ਗਈਆਂ। ਘਾਇਲ ਹੋਏ ਸੂਰਮੇ ਘੇਰਨੀਆਂ ਖਾ ਰਹੇ ਹਨ। ਯੁੱਧ ਕਰਨ ਨਾਲ ਰੱਜ ਕੇ ਸੂਰਮੇ ਲਲਕਾਰਦੇ ਹਨ। ਦੇਵਤੇ ਸੁੰਦਰ ਵਿਮਾਨਾਂ ਵਿੱਚ ਬੈਠ ਕੇ ਯੁੱਧ ਨੂੰ ਵੇਖ ਰਹੇ ਹਨ ਅਤੇ ਧੰਨ ਧੰਨ ਜਾਪ ਰਹੇ ਹਨ। ਲੈ ਦੱਸ, ਇਹ ਦੇਵਤੇ ਹੁਣ ਅਪਸਰਾਵਾਂ ਨਹੀਂ ਆਈਆਂ ਇਸ ਵਾਰੀ ਯੁੱਧ ਦੇਖਣੇ। ਤਾਂ ਐਡਾ ਵੱਡਾ ਯੁੱਧ ਹੈ, ਉਹਨਾਂ ਨੂੰ ਤਾਂ ਮੀਨਸ ਆਉਣਾ ਚਾਹੀਦਾ ਸੀਗਾ ਜੀ ਦੇਖਣ ਵਾਸਤੇ। ਅਤੇ ਕਹਿੰਦੇ ਹਨ ਕਿ ਭੂਤ ਭਵਿੱਖ ਅਤੇ ਵਰਤਮਾਨ ਵਿੱਚ ਹੁਣ ਤੱਕ ਅਜਿਹਾ ਯੁੱਧ ਨਹੀਂ ਹੋਇਆ। ਉਹੀ ਤਾਂ ਮੈਂ ਕਹਿੰਦਾ, ਇਹ ਯੁੱਧ ਦੇਖਣ ਵਾਸਤੇ ਅਪਸਰਾਵਾਂ ਨਹੀਂ ਆਈਆਂ, ਹੋ ਸਕਦਾ ਕਿ ਆ ਜਾਣ। ਕਿਤੇ ਰਣ ਭੂਮੀ ਵਿੱਚ ਸਿਰ ਦਿਸਦੇ ਹਨ, ਕਿਤੇ ਧਰਤੀ ਉੱਤੇ ਪੈਰ ਧੜ ਭੱਕ ਭੱਕ ਕਰਦੇ ਹਨ। ਕਿਤੇ ਟੰਗ ਤੜਫਦੀ ਹੈ, ਕਿਤੇ ਸੁੰਦਰ ਛਵੀ ਵਾਲਾ ਹੱਥ ਉਛਲਦਾ ਹੈ। ਕਿੱਡਾ ਦਰਦਨਾਕ ਸੀਨ ਹੈ ਜੀ। ਅਤੇ ਕਿਤੇ ਜੋਗਣੀਆਂ ਲਹੂ ਦੇ ਖੱਪਰ ਭਰਦੀਆਂ ਹਨ ਅਤੇ ਕਿਤੇ ਇੱਲਾਂ ਚੀਕਦੀਆਂ ਹਨ। ਹਾਂਜੀ, ਆਪਾਂ ਜਿਹੜਾ ਇਹ ਹੈਗਾ ਚੌਥਾ ਪਾਰਟ 458 ਨੰਬਰ ਪੰਨੇ 'ਤੇ ਹੀ ਆਪਾਂ ਇਹਨੂੰ ਸਮਾਪਤ ਕਰਦੇ ਹਾਂ। ਅੱਜ 4 ਹਿੱਸੇ ਹੋ ਗਏ ਨੇ ਜੀ, 393 ਤੋਂ ਲੈ ਕੇ 458, ਅਤੇ ਪੰਜਵਾਂ ਆਪਾਂ ਹਿੱਸਾ ਜਲਦ ਸ਼ੁਰੂ ਕਰਾਂਗੇ ਜੀ 459 ਨੰਬਰ ਪੇਜ ਤੋਂ।